कि अज इस विषय में मैं कंप्लीट कर जा रहा। हालेलुया। मैं बड़ा खुश होना गा और कल का इस विषय के उत्ते मैं बहुत बारी अध्ययन किया, देखा कि मैं की बंड पावां, क्योंकि जिस दिन खुदावंद मेरा यीशु आएगा मेरा भी हिसाब लगेगा। हालेलुया। कि मैं बहुत लोगों को तेरे नाल लेके आया, बहुत लोगों को मैं तेरे अगे बिठाया और बहुते लोगों को मैं ऑनलाइन सुनने का मौका दिता, पर तू बंडिया की आ। हालेलुया। मैं धन्यवाद करना प्रभु का कि सचमुच अपने अच्छे प्रकाश जो दिता आ और मैनू बोलने का मौका दिता। धन्यवाद प्रभु का। हालेलुया। आओ असीं प्रभु के वचनों को सीखांगे। अक्षय दी किताब पत्री, अक्षय दी पत्री ਉਹਦਾ 6 ਅਧਿਆਏ ਉਹਦੀ ਅਸੀਂ 17 ਨੂੰ ਪੜਾਂਗੇ। 17 ਦਾ ਜਿਹੜਾ ਹਾਫ ਹਿੱਸਾ ਹੈ। ਹਾਲੇਲੂਇਆ। ਬੇਨਤੀ ਕਰਾਂਗਾ ਸਾਊਂਡ ਵਾਲੇ ਨੂੰ ਪੜਿਆ, ਸਾਊਂਡ ਦਾ ਵੋਲਿਊਮ ਖੋਲ ਦਿਓ। ਜ਼ਿੰਮੇਵਾਰ ਹਾਲੇਲੂਇਆ। ਹਾਂਜੀ ਕੋਈ ਵੀ ਪੜੇ। ਅਤੇ ਆਤਮਾ ਦੀ ਤਲਵਾਰ। ਅੱਜ ਅਸੀਂ ਕੀ ਸਿੱਖਣ ਜਾ ਰਹੇ ਹਾਂ? ਕਿੰਨੇ ਲੋਕਾਂ ਨੂੰ ਤਲਵਾਰ ਚਾਹੀਦੀ ਆ? ਜਿਹੜੇ ਖਾਲੀ ਹੱਥ ਆਏ ਨੇ ਉਹ ਆਪਣਾ ਹੱਥ ਖੜਾ ਕਰੋ। ਜਿਹੜੇ ਤਲਵਾਰ ਆਪਣੇ ਘਰੇ ਛੱਡ ਕੇ ਆਏ ਨੇ। ਹਾਲੇਲੂਇਆ। ਜਿਹੜੇ ਆਪਣੀ ਤਲਵਾਰ ਘਰੇ ਛੱਡ ਕੇ ਆਏ ਨੇ ਔਰ ਚਰਚ ਚ ਆਉਂਦੇ ਨੇ, ਆਪਣੀ ਤਲਵਾਰ ਘਰੇ ਛੱਡੇ ਆਉਂਦੇ ਨੇ ਔਰ ਪੂਜੇ ਚ ਲਾ ਕੇ ਰੱਖ ਕੇ ਆਉਂਦੇ ਨੇ ਬਕਾਇਦਾ ਕਿ ਉਹਦੇ ਮਿੱਟੀ ਮੁੱਟੀ ਚੰਗੀ ਪੈ ਜਾਵੇ, ਉਹਨੂੰ ਕਦੇ ਝਾੜ ਦੇ ਸਵਾਰ ਦੇ ਹੁੰਦੀ ਹੈਗੀ। ਹਾਲੇਲੂਇਆ। ਹਾਲੇਲੂਇਆ। ਜਿਹੜਾ ਫੌਜੀ ਆ ਉਹ ਆਪਣੀ ਸਾਰੇ ਹਥਿਆਰਾਂ ਦੇ ਨਾਲ ਨਾਲ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ ਫੌਜੀ ਹੁੰਦਾ ਉਹਦੇ ਕੋਲੇ ਬਹੁਤ ਤਰ੍ਹਾਂ ਦੇ ਹਥਿਆਰ ਹੁੰਦੇ ਨੇ, ਲੇਕਿਨ ਤਲਵਾਰ ਜਿਹੜੀ ਆ ਉਹਦਾ ਖਾਸ ਹਥਿਆਰ ਹੁੰਦੀ ਆ। ਹਾਲੇਲੂਇਆ। ਫੌਜੀ ਦੀ ਜਿਹੜੀ ਤਲਵਾਰ ਆ, ਸਿਪਾਹੀ ਦੀ, ਉਹ ਇੱਕ ਖਾਸ ਹੈ ਜਿਹੜਾ ਤਲਵਾਰ ਉਹਦੇ ਹੱਥ 'ਚ ਹੋਣੀ ਬੜੀ ਜ਼ਰੂਰੀ ਆ। ਔਰ ਜੇਕਰ ਆਰਮੀ ਦੀ ਗੱਲ ਕਰਦੇ ਆ, ਆਰਮੀ ਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਲੇਕਿਨ ਨਾਲ ਨਾਲ ਇੱਕ ਛੋਟਾ ਜਿਹਾ ਚੱਕ ਵੀ ਹੁੰਦਾਗਾ। ਹਾਲੇਲੂਇਆ। ਫਸਲ ਹੁੰਦਾਗਾ, ਇੱਕ ਸਾਈਡ ਤੇ ਲੱਗਿਆ ਹੁੰਦਾਗਾ ਤਾਂ ਕਿ ਕੋਈ ਤਾਰ ਕੱਢਣੀ ਆ, ਕੋਈ ਝਾੜੀ ਕੱਢਣੀ ਆ ਤਾਂ ਉਹਦੇ ਨਾਲ ਬਿਲਕੁਲ ਉਹਨੂੰ ਕੱਟਣ ਦੇ ਲਈ ਤਿਆਰ ਰਹਿੰਦਾ। ਹਾਲੇਲੂਇਆ। ਅਗਰ ਗ੍ਰੇਨੇਡ ਦੀ ਕੋਈ ਤਾਰ ਵੱਢਣੀ ਆ ਤਾਂ ਵੀ ਉਹਦੇ ਨਾਲ ਹੀ ਵੱਢੀ ਜਾਂਦੀ ਆ। ਹਾਲੇਲੂਇਆ। ਤਾਂ ਮੇਰੇ ਪ੍ਰਿय ਭੈਣ ਭਾਈਓ, ਜਿਹੜੀ ਇਹ ਤਲਵਾਰ ਦੀ ਗੱਲ ਕਰਦੇ ਆ, ਹੁਣ ਤੱਕ ਅਸੀਂ ਕਿੰਨੇ ਹਥਿਆਰਾਂ ਨੂੰ ਸਿੱਖਿਆ ਹੈਗਾ? ਕੋਈ ਦੱਸ ਸਕਦਾ? ਕਿੰਨੇ ਹਥਿਆਰ ਸਿੱਖ ਲਏ ਅਸੀਂ? ਕਿੰਨੇ ਸਿੱਖ ਲਏ? 5 ਸਿੱਖ ਲਏ। ਚਲੋ ਇੱਕ ਦੂਜੇ ਨੂੰ ਦੇਖ ਕੇ ਕਹਿ ਦੋ 5 ਸਿੱਖ ਲਏ। ਹਾਲੇਲੂਇਆ। ਜੇ ਨਹੀਂ ਕਿਸੇ ਦੇ ਚੇਤੇ ਹੈਗਾ ਤਾਂ ਕੋਈ ਗੱਲ ਨਹੀਂ। ਹਾਲੇਲੂਇਆ। ਅਸੀਂ ਪਹਿਲਾ ਹਥਿਆਰ ਕੀ ਸਿੱਖਿਆ ਸੀਗਾ? ਕਮਰ ਕੱਸਣਾ, ਪੇਟੀ, ਕਮਰ ਦੀ ਪੇਟੀ, ਬੈਲਟ। ਹੁਣ ਮੈਂ ਜਿਹੜੇ ਦੁਬਾਰਾ ਦੋਨੋਂ ਰਿਪੀਟ ਕਰਨ ਲੱਗਿਆ, ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜਿਹੜੀ ਅੱਜ ਮੈਂ ਪ੍ਰਭੂ ਦੇ ਨਾਮ ਦੇ ਵਿੱਚ ਪੇਸ਼ ਕਰਨ ਲੱਗਿਆ। ਹਾਲੇਲੂਇਆ। ਦੂਸਰੀ ਕੀ ਸੀ? ਸੱਜੋ, ਸੀਨਾ ਬੰਦ, ਆਪਣੇ ਆਪ ਨੂੰ ਕਵਰ ਕਰਕੇ ਰੱਖਣਾ। ਤੀਸਰੀ ਕੀ ਸੀਗੀ? ਮਲਾਪ ਦੀ ਜੁੱਤੀ। ਹਾਲੇਲੂਇਆ। ਸਭ ਤੋਂ ਪਹਿਲਾਂ ਬੈਲਟ। ਬੈਲਟ ਇਸ ਜਗ੍ਹਾ ਨੂੰ ਜਿਹੜੀ ਕਮਰ ਹੈ ਮੇਨ ਸਾਡੀ, ਉਹਨੂੰ ਕਵਰ ਕਰਦੀ ਆ। ਸੈਕੰਡ ਸੀਨਾ ਬੰਦ ਜਿਹੜਾ ਹੈਗਾ ਕਮਰ ਤੱਕ, ਜਿਹੜੀ ਬੈਲਟ ਤੱਕ ਉਹ ਕਵਰ ਕਰਦਾਗਾ, ਔਰ ਜਿਹੜੀ ਜੁੱਤੀ ਆ ਉਹ ਵੀ ਕਵਰ ਕਰਦੀ ਹੈ ਇੱਥੇ ਤੱਕ। ਹਾਲੇਲੂਇਆ। ਅੱਗੇ ਢਾਲ। ਢਾਲ ਮੈਂ ਦੱਸ ਰਿਹਾ ਸੀ ਤੁਹਾਨੂੰ ਕਿ ਜਿਹੜੀ ਹੈ 4.5 ਫੁੱਟ ਉੱਚੀ ਤੇ 2.5 ਫੁੱਟ ਚੌੜੀ, ਉਹ ਪੂਰੇ ਸਰੀਰ ਨੂੰ ਕਵਰ ਕਰਦੀ ਆ। ਇੱਕ ਹੋਰ ਸਿੱਖਿਆ ਸੀ ਪਿਛਲੇ ਹਫ਼ਤੇ ਅਸੀਂ, ਕੀ ਸੀਗਾ? ਮੁਕਤੀ ਦਾ ਟੋਪ, ਹੈਲਮਟ। ਹਾਲੇਲੂਇਆ। ਜਿਹੜੀਆਂ 5 ਚੀਜ਼ਾਂ ਨੇ ਇਹ ਸਾਨੂੰ ਬਚਾਉਣ ਦੇ ਲਈ। ਸਤਿਆਂ 5 ਚੀਜ਼ਾਂ ਸਾਨੂੰ ਕੀ ਨੇ? ਬਚਾਉਣ ਦੇ ਲਈ ਨੇ। ਅੱਜ ਜਿਹੜੀ ਮੈਂ ਤੁਹਾਨੂੰ ਸਿਖਾਉਣ ਲੱਗਿਆ ਇਹ ਬਾਹਰ ਕਰਨ ਲਈ ਆ। ਹਾਲੇਲੂਇਆ। ਹਾਲੇਲੂਇਆ। ਇਹ ਬਾਹਰ ਕਰਨ ਲਈ ਆ। ਅਗਰ ਤੁਸੀਂ ਅੱਜ ਤਲਵਾਰ ਬਾਰੇ ਸਿੱਖ ਲਿਆ ਤਾਂ ਮੇਰਾ ਈਮਾਨ ਹੈ ਕਿ ਤੁਸੀਂ ਕਦੇ ਵੀ ਸ਼ੈਤਾਨ ਤੋਂ ਸ਼ਰਮਿੰਦੇ ਨਹੀਂ ਹੋਵੋਗੇ। ਹਾਲੇਲੂਇਆ। ਹਾਲੇਲੂਇਆ। ਕਿੰਨੇ ਲੋਕਾਂ ਕੋਲ ਤਲਵਾਰ, ਆਪਣੀ ਤਲਵਾਰ ਉਠਾਈਏ। ਕਿਤੇ ਵੀ ਆਨਲਾਈਨ ਸੁਣਨ ਵਾਲਾ ਇਹ ਦੇਖ ਕੇ ਕਦੀ ਪਤਾ ਨਹੀਂ ਪਾਦਰੀ ਸਾਹਿਬ ਨੇ ਕਿੰਨੀਆਂ ਕ ਤਲਵਾਰਾਂ ਫੜਾਈਆਂ ਨੇ। ਯੀਸ਼ੂ ਦੇ ਨਾਮ ਸਾਡੇ ਕੋਲੇ ਤਲਵਾਰ ਆ। ਹਾਲੇਲੂਇਆ। ਅਗਰ ਜੰਗ ਲੜਨੀ ਆ ਤਾਂ ਇਹ ਤਲਵਾਰ ਤੁਹਾਡੇ ਕੋਲੇ ਹੋਣੀ। ਇਹ ਦੁਨਿਆਵੀ ਜੰਗ ਲੜਨ ਦੀ ਗੱਲ ਨਹੀਂ ਕਰ ਰਿਹਾ ਮੇਰੇ ਪ੍ਰਿय ਭੈਣ ਭਾਈਓ, ਰੂਹਾਨੀ ਜੰਗ ਲੜਨਾ ਸਿਖਾਉਂਦੀ ਹੈ ਤਲਵਾਰ। ਹਾਲੇਲੂਇਆ। 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 ਤਾਂ
ਆਪਣੇ ਜੀਵਨ ਦੇ ਵਿੱਚ ਆਪਣੀ ਤਲਵਾਰ ਨੂੰ ਪਿਆਰ ਨਾਲ ਰੱਖੋ, ਆਪਦੇ ਕੋਲੇ ਰੱਖੋ, ਸਵਾਰ ਕੇ ਰੱਖੋ। ਆਪਣੀ ਤਲਵਾਰ ਨੂੰ ਅੱਛੇ ਤਰੀਕੇ ਨਾਲ ਚਲਾਉਣਾ ਸਿੱਖੋ। ਜਦੋਂ ਤੁਸੀਂ ਅੱਛੇ ਤਰੀਕੇ ਨਾਲ ਚਲਾਉਣਾ ਸਿੱਖੋਗੇ ਤਾਂ ਸ਼ੈਤਾਨ ਸ਼ਰਮਿੰਦਿਆਂ ਹੋ ਜਾਵੇਗਾ। ਹਾਲੇਲੂਇਆ। ਇਹ ਜਿਹੜੀ 6ਵੀਂ ਆ, ਇਹ ਜਿਹੜੀ ਹੈਗੀ ਆ ਆਤਮਾ ਦੀ ਤਲਵਾਰ ਆ, ਜਿਹਦੇ ਬਾਰੇ ਅੱਜ ਮੈਂ ਤੁਹਾਨੂੰ ਸਿਖਾਉਣ ਲਈ ਜਾ ਰਿਹਾ। ਹਾਲੇਲੂਇਆ। ਪੜ੍ਹੀ ਅਤੇ ਆਤਮਾ ਦੀ ਤਲਵਾਰ, ਆਤਮਾ ਦੀ ਤਲਵਾਰ ਜੋ ਪਰਮੇਸ਼ਰ ਦੀ ਬਾਣੀ ਹੈ, ਲੈ ਲਵੋ। ਹਾਲੇਲੂਇਆ। ਪ੍ਰਭੂ ਦਾ ਵਚਨ ਕਹਿੰਦਾ ਆਤਮਾ ਦੀ ਤਲਵਾਰ ਪਰਮੇਸ਼ਰ ਦਾ ਵਚਨ ਆ, ਇਹਨੂੰ ਲੈ ਲਵੋ। ਔਰ ਅਸੀਂ ਕੀ ਕਰਦੇ ਹਾਂ? ਅਸੀਂ ਸੈਰ ਸਪਾਟੇ ਵਾਂਗ ਜਿਵੇਂ ਵਾਕ ਕਰਨ ਆਉਂਦੇ ਨੇ, ਚਰਚ ਚ ਆਏ ਆਉਂਦੇ ਆ, ਤਲਵਾਰ ਘਰੇ ਛੱਡ ਕੇ ਆਉਂਦੇ ਆ। ਹਾਲੇਲੂਇਆ। ਹਾਲੇਲੂਇਆ। ਪਰ ਮੈਂ ਦੇਖਦਾ ਬਹੁਤਿਆਂ ਨੂੰ ਦੇਖਦਾ ਮੈਂ ਕਿ ਜੇ ਸ਼ਾਦੀ ਤੇ ਜਾਣਾ ਹੋਵੇ ਤਾਂ ਬਹੁਤ ਅੱਛਾ ਬਰੀਫ ਕੇਸ ਲਿਆ ਜਾਂਦਾ, ਟੈਚੀ ਲਿਆ ਜਾਂਦਾ ਕਿ ਕੋਈ ਦੇਖਣ ਵਾਲਾ ਇਹਨਾਂ ਕਹਦੇ ਅੱਛਾ ਇਹ ਕੱਪੜੇ ਲਿਫਾਫੇ ਚ ਪਾ ਕੇ ਲੈ ਕੇ ਆਏ। ਪਰ ਜੇ ਭੈਣਾਂ ਨੇ ਵਿਆਹ ਤੇ ਜਾਣਾ ਹੋਵੇ, ਪਰਸ ਭਾਵੇਂ 2,500-3,000 ਦਾ ਲੈਣਾ ਪੈ ਜੇ, ਲਵਾਂਗੇ ਕਿਉਂ? ਕਿਉਂਕਿ ਕੋਈ ਐਂ ਨਾ ਕਹਦੇ ਇਹਦਾ ਪਰਸ ਤਾਂ ਪਟ ਗਿਆ ਕੋਈ। ਔਰ ਜਦੋਂ ਤਲਵਾਰ ਲੈ ਕੇ ਆਉਣੀ ਆ, ਜਦੋਂ ਖੁਦਾ ਦਾ ਵਚਨ ਲੈ ਕੇ ਆਉਣਾ, ਤਾਂ ਜਿਹੜਾ ਸਭ ਤੋਂ ਗੰਦਾ ਲਿਫਾਫਾ ਉਹਦੇ ਚ ਪਾ ਕੇ ਲੈ ਕੇ ਆਉਣਾ। ਬੜੀ ਤਾਜੁਬ ਦੀ ਗੱਲ ਹੈ ਇਹ ਗੱਲ। ਹਾਲੇਲੂਇਆ। ਕਿ ਇਹਦੇ ਵਾਸਤੇ ਆਪਾਂ ਥੋੜਾ ਇਨਵੈਸਟ ਨਹੀਂ ਕਰ ਸਕਦੇ? ਹਾਲੇਲੂਇਆ। ਸਮਝਣ ਵਾਲੇ ਸਮਝਣਗੇ ਮੇਰੀ ਗੱਲ ਨੂੰ। ਇਹਦੇ ਵਾਸਤੇ ਥੋੜਾ ਜਿਹਾ ਇਨਵੈਸਟ ਨਹੀਂ ਕਰ ਸਕਦੇ ਆਪਾਂ? ਅੱਛਾ, ਤਾਂ ਕਿ ਅਸੀਂ ਪ੍ਰਭੂ ਦੇ ਵਚਨ ਨੂੰ ਲੈ ਕੇ ਜਾ ਰਹੇ ਹਾਂ, ਕੋਈ ਸਾਨੂੰ ਪੁੱਛੇ ਕੀ ਲਈ ਜਾਣਾ। ਮੈਂ ਜਦੋਂ ਦੁਬਈ ਸੀਗਾ, ਮੈਂ ਕਾਫੀ ਵਾਰ ਐਗਜ਼ਾਮਪਲ ਦਿੱਤੀ ਆ, ਮੇਰੇ ਕੋਲ ਬਹੁਤ ਅੱਛਾ ਲੈਦਰ ਦਾ ਬੈਗ ਸੀਗਾ। ਔਰ ਮੈਂ ਜਦੋਂ ਬਿਲਡਿੰਗ ਤੋਂ ਥੱਲੇ ਆਉਂਦਾ ਤੇ ਕਲੀਨਿਕ ਚੋਂ ਬਾਹਰ ਨਿਕਲਾਂਗੇ ਤਾਂ ਲੋਕ ਮੈਨੂੰ ਪੁੱਛਦੇ ਨੇ ਡਾਕਟਰ ਸਾਹਿਬ ਕਿਹੜੀ ਕੰਪਨੀ ਦਾ ਲੈਪਟਾਪ ਹੈ? ਮੈਂ ਕਹਿੰਦਾ ਤੈਨੂੰ ਮਾਲੂਮ ਹੈ। ਹਾਲੇਲੂਇਆ। ਕਹਿੰਦੀ ਇਹ ਕਿਹੜੀ ਕੰਪਨੀ ਆ? ਮੈਂ ਕਿਹਾ ਇਹ ਕੰਪਨੀ ਐਸੀ ਆ ਜੋ ਨਿਕਲ ਗਿਆ ਉਹ ਵੀ ਦੱਸਦੀ ਆ, ਜਿਹੜਾ ਚੱਲਦਾ ਉਹ ਵੀ ਦੱਸਦੀ ਆ, ਜਿਹੜਾ ਆਉਣ ਵਾਲਾ ਉਹ ਵੀ ਦੱਸਦੀ। ਉੱਥੇ ਲੇਬਰ ਦੇ ਲੋਕਾਂ ਕੋਲ ਲੈਪਟਾਪ ਸੀਗਾ, ਪਰ ਮੈਂ ਲੈਪਟਾਪ ਨਹੀਂ ਲਿਆ। ਕਿਉਂ? ਕਿਉਂਕਿ ਜਿਹੜਾ ਮੇਰੇ ਕੋਲ ਲੈਪਟਾਪ ਸੀ ਉਹ ਆ ਜਿਹੜਾ ਪੂਰੀ ਦੁਨੀਆ ਬਾਰੇ ਦੱਸਦਾ। ਹਾਲੇਲੂਇਆ। ਪਰਮੇਸ਼ਰ ਦਾ ਵਚਨ। ਮੈਂ ਪ੍ਰਭੂ ਦਾ ਧੰਨਵਾਦ ਕਰਦਾ। ਪ੍ਰਭੂ ਮੈਨੂੰ ਲੈ ਕੇ ਗਿਆ ਉਸ ਮੁਲਕ ਦੇ ਵਿੱਚ 10 ਸਾਲ ਰੱਖਿਆ, ਪਰ ਪ੍ਰਭੂ ਨੇ ਫੁੱਲਾਂ ਦੀ ਸੇਜ ਤੇ ਰੱਖਿਆ। ਹਾਲੇਲੂਇਆ। ਔਰ 10 ਸਾਲ ਪ੍ਰਭੂ ਨੇ ਮੈਨੂੰ ਵਚਨ ਪੜ੍ਹਨ ਦਾ ਮੌਕਾ ਦਿੱਤਾ। ਅੱਜ ਬਹੁਤੇ ਲੋਕਾਂ ਕੋਲ ਟਾਈਮ ਹੈ, ਲੇਕਿਨ ਉਹ ਟਾਈਮ ਆਪਣਾ ਦੁਨਿਆਵੀ ਕੰਮਾਂ 'ਚ ਗੁਜ਼ਾਰ ਕੇ ਲਗਾ ਰਹੇ ਨੇ। ਜਦੋਂ ਜੰਗ ਲੜਨ ਦਾ ਟਾਈਮ ਹੁੰਦਾ, ਉਹ ਰਿਆ ਕੋਈ ਲੱਤਾਂ ਕੰਬਦੀਆਂ ਨੇ, ਕੋਈ ਚੀਜ਼ਾਂ ਨਹੀਂ ਪਤਾ ਲੱਗਦੀਆਂ। ਕਿਉਂਕਿ ਸਾਡਾ ਸਮਾਂ ਜਿਹੜਾ ਪਰਮੇਸ਼ਰ ਨੇ ਸਾਨੂੰ ਦਿੱਤਾ, ਤਿਆਰੀ ਕਰਨ ਲਈ ਦਿੱਤਾ, ਤਿਆਰੀ ਕਰਨ ਲਈ ਦਿੱਤਾ। ਪਰ ਮੈਂ ਧੰਨਵਾਦ ਕਰਦਾ ਪ੍ਰਭੂ ਦਾ। ਫਿਰ ਮੈਂ ਹੁਣ ਮਜ਼ਬੂਤੀ ਨਾਲ ਪਿਆਰ ਚੱਕੇ ਨੇ। ਹਾਲੇਲੂਇਆ। ਹਾਲੇਲੂਇਆ। ਆਓ ਦੇਖਦੇ ਹਾਂ ਪ੍ਰਭੂ ਦੇ ਬਚਨ ਨੂੰ। ਪੜ੍ਹੀ ਬੇਟਾ। ਆਤਮਾ ਦੀ ਤਲਵਾਰ, ਆਤਮਾ ਦੀ ਤਲਵਾਰ ਹੈ ਜੋ ਪਰਮੇਸ਼ਰ ਦੀ ਬਾਣੀ ਹੈ, ਜੋ ਪਰਮੇਸ਼ਰ ਦਾ ਵਚਨ, ਲੈ ਲਵੋ। ਲੈ ਲਵੋ। ਇਹਨੂੰ ਆਪਣੇ ਜੀਵਨ ਵਿੱਚ ਲਵੋ। ਅਗਰ ਅਸੀਂ ਆਪਣੇ ਜੀਵਨ ਦੇ ਵਿੱਚ ਇਹਨੂੰ ਨਹੀਂ ਲੈਂਦੇ ਤਾਂ ਤੁਸੀਂ ਕੱਲ ਵੀ, ਅੱਜ ਵੀ ਅਤੇ ਆਉਣ ਵਾਲੇ ਦਿਨ 'ਚ ਵੀ ਉਹ ਜਿਹੇ ਰਹੋਗੇ ਜਿਹੇ ਪਹਿਲਾਂ ਸੀਗੇ। ਅਗਰ ਤੁਹਾਡੇ ਜੀਵਨ 'ਚ ਵਚਨ ਨਹੀਂ ਆ, ਫਿਰ ਤੁਹਾਨੂੰ ਸ਼ੈਤਾਨ ਕਿਸੇ ਨਾ ਕਿਸੇ ਚੀਜ਼ 'ਚ ਆ ਕੇ ਫੰਡੇਗਾ, ਤੁਹਾਨੂੰ ਤੋੜੇਗਾ, ਤੁਹਾਡੀ ਜਿਹੜੀ ਸ਼ਾਂਤੀ ਉਹ ਲੁੱਟੇਗਾ। ਹਾਲੇਲੂਇਆ। ਕਦੋਂ? ਜਦੋਂ ਤੁਹਾਡੇ ਜੀਵਨ 'ਚ ਵਚਨ ਨਹੀਂ ਹੈ। ਅਗਰ ਵਚਨ ਹੈ, ਸ਼ੈਤਾਨ ਨਾਲ ਤੁਸੀਂ ਡਟ ਕੇ ਸਾਹਮਣਾ ਕਰੋਗੇ। ਵਚਨ ਦਾ ਉਹ ਦੌੜ ਜਾਏਗਾ। ਹਾਲੇਲੂਇਆ। ਉਹ ਦੌੜ ਜਾਏਗਾ। 5 ਹਥਿਆਰ ਨੇ ਜਿਹੜੇ ਉਹ ਸਾਡੀ ਪ੍ਰੋਟੈਕਸ਼ਨ ਕਰਦੇ ਨੇ, ਸਾਡੀ ਬੋਡੀ ਦੀ। ਲੇਕਿਨ ਇੱਕ ਹਥਿਆਰ ਹੈ ਜਿਹੜਾ ਵਾਰ ਕਰਦਾਗਾ, ਕਿਹਦੇ ਤੇ? ਸ਼ੈਤਾਨ ਤੇ। ਅਗਰ ਸ਼ੈਤਾਨ ਨਾਲ ਤੁਸੀਂ ਲੜਨਾਗਾ ਤਾਂ ਤੁਹਾਨੂੰ ਮੇਰੇ ਪ੍ਰਿਯ ਭੈਣ ਭਾਈਓ ਕੀ ਕਰਨਾ ਪਏਗਾ? ਇਹ ਰੂਹ ਦੀ ਤਲਵਾਰ ਜਿਹੜੀ ਆ ਉਹ ਚਲਾਉਣ ਦੇ ਲਈ ਸਿੱਖਣੀ ਪਵੇਗੀ। 6 ਦੀ 12 ਪੜ੍ਹੀ ਬੇਟਾ। ਸੁਣੀਏ, ਇਹ ਜੰਗ ਲੜਨੀ ਕਿਹਦੇ ਨਾਲ ਹੈ? ਅਗਰ ਇਹ ਹਥਿਆਰ ਚਲਾਉਣਾ, ਤਲਵਾਰ ਚਲਾਉਣਾ, ਕਿਤੇ ਉਹ ਨਾ ਹੋਵੇ ਪਤਰਸ ਰਸੂਲ ਵਾਂਗੂ ਕਿ ਦੁਨਿਆਵੀ ਤਲਵਾਰ ਲੈ ਕੇ ਜਾਈਏ, ਪੁਲਿਸ ਵਾਲੇ ਦਾ ਕੰਨ ਵੀ ਉਡਾ ਦਈਏ। ਹਾਲੇਲੂਇਆ। ਆਪਾਂ ਨੇ ਸਿੱਖਣਾ ਤਲਵਾਰ ਜਿਹੜੀ ਹੈ ਕਿਹਦੇ ਨਾਲ ਲੜਨਾ ਹੈ। ਹਾਂਜੀ। ਕਿਉਂਕਿ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ। ਸਭ ਸੁਣੀਏ, ਲਹੂ ਤੇ ਮਾਸ ਦੀ ਨਹੀਂ ਆ। ਸਗੋਂ ਹਕੂਮਤ। ਸਾਡੀ ਲੜਾਈ ਲਹੂ ਤੇ ਮਾਸ ਦੀ ਨਹੀਂ ਹੈ। ਸੁਣੀਏ ਭੈਣਾਂ ਵੀ ਸੁਣ, ਭਾਈ ਵੀ ਸੁਣ, ਸਾਡੀ ਲੜਾਈ ਲਹੂ ਤੇ ਮਾਸ ਦੀ ਨਹੀਂ ਆ। ਅਸੀਂ ਕਿਹਦਾ ਕਤਲ ਨਹੀਂ ਕਰਨਾ। ਸਾਡੀ ਲੜਾਈ ਕਿਸੇ ਨਾਲ ਦੁਨਿਆਵੀ ਨਹੀਂ ਆ। ਵਚਨ ਦੱਸਦਾਗਾ। ਹਾਂ। ਸਗੋਂ ਹਕੂਮਤਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ। ਹਾਲੇਲੂਇਆ। ਅੰਧਕੋਰ ਦੇ ਜਿਹੜੇ ਸ਼ੈਤਾਨ ਦੇ ਏਜੰਡੇ ਨੇ, ਅਤੇ ਜਿਹੜੀਆਂ ਉਹਦੀਆਂ ਹਕੂਮਤਾਂ ਨੇ,
ਦੁਨਿਆਵੀ ਹਕੂਮਤਾਂ ਦੀ ਗੱਲ ਨਹੀਂ ਮੈਂ ਕਰ ਰਿਹਾ ਮੇਰੇ ਪ੍ਰਿय ਭੈਣ ਭਾਈਓ, ਉਹਦੀਆਂ ਆਪਣੀਆਂ ਹਕੂਮਤਾਂ ਵੀ ਨੇ। ਹਾਂ, ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ। ਕਿਹਦੇ ਨਾਲ ਲੜਾਈ ਹੈ ਸਾਡੀ? ਸਭ ਜਾਗਦੇ ਹੋ, ਬੋਲੀਏ ਹਾਲੇਲੂਇਆ। ਕਿਹਦੇ ਨਾਲ ਲੜਾਈ ਆ? ਦੁਸ਼ਟ ਆਤਮਿਆਂ। ਕਿਸੇ ਵੀ ਜੇ ਸਮਾ ਕੇ ਆਗੇ ਆਪਣਾ ਕੰਮ ਕਰ ਜਾਂਦਾ, ਆਪਾਂ ਫੜ ਜਾਂਦੇ, ਚੱਕ ਜਾਂਦੇ ਫੱਟੇ। ਹਾਲੇਲੂਇਆ, ਹਾਲੇਲੂਇਆ। ਪਰ ਪ੍ਰਭੂ ਦਾ ਵਚਨ ਕੀ ਹੈ? ਤੁਹਾਨੂੰ ਸਮਝਣਾ ਪੈਗਾ ਜਿਹੜਾ ਉਹਦੇ ਅੰਦਰ ਕੰਮ ਕਰਨਾ ਆਇਆ ਉਹ ਕੌਣ ਹੈ। ਇਨਸਾਨ ਨਾਲ ਸਾਡੀ ਕੋਈ ਲੜਾਈ ਨਹੀਂ ਹੈ। ਹਾਲੇਲੂਇਆ। ਸਾਡਾ ਮੇਨ ਦੁਸ਼ਮਣ ਕੌਣ ਹੈ? ਸ਼ੈਤਾਨ ਹੈ। ਆਪ ਉਹਦੀ ਫੌਜ ਹੈ ਜਿਹੜੀ ਲੋਕਾਂ ਨੂੰ ਬਰਬਾਦ ਕਰ ਰਹੀ ਹੈ। ਹਾਲੇਲੂਇਆ, ਹਾਲੇਲੂਇਆ। ਪੜ੍ਹੀਏ ਇੱਕ ਵਚਨ। ਪਵਿੱਤਰ ਆਤਮਾ ਦੀ ਤਲਵਾਰ ਮਿਲੇਗੀ ਕਿਵੇਂ? ਕੋਈ ਦੱਸ ਸਕਦਾ? ਬਹੁਤ ਲੋਕ ਕਹਿੰਦੇ ਨੇ 7 ਹਥਿਆਰ ਨੇ। ਮੈਂ ਬਹੁਤ ਲੋਕਾਂ ਨੂੰ ਸੁਣਿਆ ਉਹ ਦੱਸਦੇ ਨੇ ਵੀ 6 ਨਹੀਂ 7 ਹਥਿਆਰ ਨੇ। 6 ਹਥਿਆਰ ਤਾਂ ਮਿਲਣਗੇ ਜੇ 7ਵਾਂ ਹਥਿਆਰ ਤੁਹਾਡੇ ਕੋਲ ਹੋਵੇ। ਹਾਲੇਲੂਇਆ। 6 ਹਥਿਆਰ ਤੁਹਾਨੂੰ ਤਾਂ ਮਿਲਣਗੇ ਜੇ 7ਵਾਂ ਹਥਿਆਰ ਤੁਹਾਡੇ ਕੋਲ ਹੋਏਗਾ। ਉਹ ਕੀ ਆ? ਉੱਚੀ ਬੋਲੀਏ। ਪਵਿੱਤਰ ਆਤਮਾ। ਔਰ ਪਵਿੱਤਰ ਆਤਮਾ ਪਾਉਣ ਦੇ ਲਈ ਕੀ ਕਰਨਾ ਪਏਗਾ? ਪ੍ਰਾਰਥਨਾ ਕਰਨੀ ਪਏਗੀ। ਹਾਲੇਲੂਇਆ। ਮੈਂ ਰੱਬ ਦੇ ਦਾਸ ਨੂੰ ਕਿਸੇ ਨੂੰ ਪੁੱਛ ਰਿਹਾ ਸੀ 2 ਦਿਨ ਪਹਿਲਾਂ। ਮੈਂ ਕਿਹਾ ਤੁਸੀਂ ਸੇਵਕਾ ਹੀ ਚੋਂ? ਕਹਿੰਦੇ ਹਾਂਜੀ। ਮੈਂ ਕਿਹਾ ਪ੍ਰਾਰਥਨਾ ਕਿੰਨੇ ਟਾਈਮ ਦੀ ਆ? ਮੈਂ ਝੂਠ ਨਹੀਂ ਬੋਲਦਾ ਜੀ, 15 ਮਿੰਟ ਦੀ। ਹਾਲੇਲੂਇਆ। ਬਹੁਤ ਬੜੀ ਪ੍ਰਾਰਥਨਾ। ਹਾਲੇਲੂਇਆ। ਲੜਾਈ ਕਿਵੇਂ ਲੜਾਂਗੇ ਅਸੀਂ? ਪ੍ਰਭੂ ਦਾ ਵਚਨ ਕਹਿੰਦਾ ਸਭ ਤੋਂ ਪਹਿਲਾਂ ਪ੍ਰਾਰਥਨਾ ਬੜੀ ਜ਼ਰੂਰੀ ਆ। ਤੁਸੀਂ ਤੇ ਮੈਂ ਕਿਹਦੇ ਪਰਵਾਨੇ ਆ? ਯਿਸੂ ਦੇ। ਔਰ ਉਹ ਪ੍ਰਾਰਥਨਾ ਕਰਦਾ ਸੀ। ਕਰਦਾ ਸੀ ਨਹੀਂ ਕਰਦਾ ਸੀ? ਆਪਾਂ ਅਸੀਂ ਯਿਸੂ ਤੋਂ ਵੱਡੇ ਆ ਜਾਂ ਛੋਟੇ ਆ? ਮੰਗਦੇ ਕਿਤੋਂ ਆ? ਉਹਦੇ ਵਰਗੇ ਬਣਨਾ ਜਾਂ ਨਹੀਂ ਬਣਨਾ? ਜੇਕਰ ਅਸੀਂ ਪ੍ਰਾਰਥਨਾ ਨਹੀਂ ਕਰਦੇ, ਜਿਹੜਾ ਸਮਾਂ ਅਸੀਂ ਹੋਰ ਕੰਮਾਂ ਨੂੰ ਦੇ ਰਹੇ ਹਾਂ ਉਹ ਜਲਦ ਆਉਣ ਵਾਲਾ ਧਿਆਨ ਦਿਓ। ਉਹ ਬਿਲਕੁਲ ਜਲਦ ਆਉਣ ਵਾਲਾ। ਇਸ ਟਾਈਮ ਪੂਰੀਆਂ ਭਵਿਸ਼ਵਾਣੀਆਂ ਪੂਰੀਆਂ ਹੋ ਰਹੀਆਂ ਨੇ। ਅਗਰ ਤੁਸੀਂ ਸਹੀ ਤਰੀਕੇ ਨਾਲ ਪ੍ਰਭੂ ਦੇ ਵਚਨਾਂ ਨੂੰ ਸਿੱਖੋਗੇ, ਇੱਕ ਭਵਿਸ਼ਵਾਣੀ ਪੂਰੀ ਹੋ ਰਹੀ ਆ ਔਰ ਉਹ ਜਲਦ ਆਉਣ ਵਾਲਾ ਹੈ। ਹਾਲੇਲੂਇਆ। ਤੁਹਾਡੇ ਕੋਲ ਸਮਾਂ ਆ ਪ੍ਰਾਰਥਨਾ ਦੇ ਲਈ। ਅਸੀਂ ਪ੍ਰਾਰਥਨਾ ਕਰਦੇ ਨਹੀਂ। ਖੁਦਾ ਦੀ ਯਿਸੂ 2 ਤਰੀਕੇ ਦੀ ਪ੍ਰਾਰਥਨਾ ਕਰਦਾ ਸੀ। ਧਿਆਨ ਨਾਲ ਸੁਣੋ। ਪਹਿਲਾਂ ਰਸੂਲਾਂ ਨਾਲ ਕਰਦਾ ਸੀ, ਫਿਰ ਇਕੱਲੇ ਕੀ ਕਰਦਾ ਸੀ? ਫਿਰ ਉਹ ਜੰਗ ਲੜਦਾ ਸੀ। ਕਿਹਦੇ ਨਾਲ? ਹਾਲੇਲੂਇਆ, ਹਾਲੇਲੂਇਆ। ਅਗਰ ਤੁਹਾਡੇ ਤੇ ਮੇਰਾ ਪ੍ਰਭੂ ਹੋ ਕੇ ਪ੍ਰਾਰਥਨਾ ਕਰ ਰਿਹਾ, ਤੁਹਾਡੇ ਤੇ ਮੇਰੇ ਕੋਲ ਟਾਈਮ ਨਹੀਂ ਪ੍ਰਾਰਥਨਾ ਕਰਨ ਲਈ। ਜਿਉਂ ਹੀ ਅਸੀਂ ਪ੍ਰਾਰਥਨਾ 'ਚ ਬੈਠਦੇ ਫਿਰ ਲੰਬੀਆਂ ਬਾਸੀਆਂ ਚੜ੍ਹਨੀਆਂ ਸਟਾਰਟ ਕਰ ਦਿੰਦੇ ਹਾਂ। ਆਸ ਆ ਜਾਂਦੀ ਸਾਡੇ ਜੀਵਨ ਦੇ ਵਿੱਚ। ਅਸੀਂ ਪ੍ਰਭੂ ਨੂੰ ਕੀ ਦੇ ਰਹੇ ਹਾਂ? ਹਾਲੇਲੂਇਆ। ਸਭ ਤੋਂ ਵੱਡੀ ਗੱਲ ਆ, ਅਗਰ ਤੁਸੀਂ 6 ਹਥਿਆਰ ਆਪਣੇ ਜੀਵਨ ਦੇ ਵਿੱਚ ਇਸਤੇਮਾਲ ਕਰਨੇ ਨੇ ਤਾਂ 7ਵਾਂ ਹਥਿਆਰ ਪਹਿਲਾਂ ਬਣਾਉਣਾ ਪਏਗਾ। ਉਹ ਕੀ ਆ? ਉਹ ਪ੍ਰਾਰਥਨਾ। अगर प्रार्थना करोगे तो पवित्र आत्मा ਤੁਹਾਡੀ ਰਹਿਨੁਮਾਈ ਕਰੇਗਾ। और जो पवित्र आत्मा ਤੁਹਾਡੀ ਰਹਿਨੁਮਾਈ करेगा तो 6 ਦੇ 6 ਹਥਿਆਰ ਤੁਹਾਡੇ ਜੀਵਨ ਚ ਆਣੇ ਸਟਾਰਟ ਹੋ ਜਾਣਗੇ। ਹਾਲੇਲੂਇਆ। ਪੜ੍ਹੀਏ ਬੇਟਾ ਯੋਨਾ ਦੀ 14 ਬਾਬ ਦੀ 26 ਪੜ੍ਹੀ ਚੱਲ। ਸਾਡੀ ਲੜਾਈ ਜਿਹੜੀ ਆ ਅੰਧਕੂੜ ਦੇ ਫਰਿਸ਼ਤਿਆਂ ਨਾਲ ਆ ਮੇਰੇ ਪ੍ਰਿय ਭੈਣ ਭਾਈਓ। ਇਹ ਨਾ ਹੋਵੇ ਅੱਜ ਮੈਂ ਤੁਹਾਨੂੰ ਤਲਵਾਰ ਫੜਾਈ ਆ, ਤੁਸੀਂ ਆਗੇ ਜਾ ਕੇ ਅੱਜ ਜਾ ਕੇ ਕਿਸੇ ਗਵਾਂਢੀ ਨੂੰ ਫੜ ਲਓ। ਹਾਲੇਲੂਇਆ। ਸਾਡੀ ਲੜਾਈ ਕਿਸੇ ਗਵਾਂਢੀ ਨਾਲ ਨਹੀਂ। ਪ੍ਰਭੂ ਦਾ ਵਚਨ ਕੀ ਕਹਿੰਦਾ? ਆਪਣੇ ਗਵਾਂਢੀਆਂ ਨੂੰ ਆਪਣੇ ਜਿਹਾ ਪਿਆਰ ਕਰ। ਹਾਲੇਲੂਇਆ। ਆਪਣੇ ਬੈਰੀਆਂ ਲਈ ਕੀ ਕਰ? ਦੁਆ ਕਰ, ਪ੍ਰਾਰਥਨਾ ਕਰ ਤਾਂ ਕਿ ਉਹਨਾਂ ਦਾ ਜੀਵਨ ਬਦਲ ਜਾਵੇ। ਲੜਾਈ ਨਾਲ ਕੋਈ ਹੱਲ ਨਹੀਂ ਹੋਣਾ ਮਸਲਾ, ਮਾਫ ਕਰਨ ਨਾਲ ਬੜੇ ਮਸਲੇ ਹੱਲ ਹੋ ਸਕਦੇ ਨੇ। ਹਾਲੇਲੂਇਆ। ਹਾਂਜੀ। ਪਰ ਉਹ ਸਹਾਇਕ, ਹਾਂ ਉਹ ਸਹਾਇਕ ਅਰਥਾਤ ਪਵਿੱਤਰ ਆਤਮਾ ਜਿਹਨੂੰ ਪਿਤਾ ਮੇਰੇ ਨਾਮ ਉੱਤੇ ਘੱਲੇਗਾ। ਸਭਲੇ ਹਾਲੇਲੂਇਆ। ਉਹ ਪਵਿੱਤਰ ਆਤਮਾ ਕਿਹਦੇ ਨਾਮ ਤੇ ਮਿਲੇਗਾ? ਯਿਸੂ ਮਸੀਹ ਦੇ ਨਾਮ ਤੇ। ਔਰ ਯਿਸੂ ਮਸੀਹ ਨਾਲ ਦੇਊਗਾ ਕਿਉਂ ਦੇਊਗਾ? ਕਿਉਂਕਿ ਅਸੀਂ ਬਹੁਤ ਘੰਟਿਆਂ ਪ੍ਰਤੀ ਉਹਦੇ ਨਾਲ ਗੱਲਬਾਤ ਕਰਦੇ ਹਾਂ। ਅਸੀਂ ਘੰਟਿਆਂ ਪ੍ਰਤੀ ਉਹਨੂੰ ਸ਼ੁਕਰਗੁਜ਼ਾਰੀ ਦਿੰਦੇ ਹਾਂ। ਅਸੀਂ ਉਹਦੇ ਦੋਸਤ ਹਾਂ। ਦੇਵੇਗਾ। ਹਾਲੇਲੂਇਆ। ਜੇ ਦੋਸਤੀ ਉਹਦੇ ਨਾਲ ਕਰਾਂਗੇ, ਉਹਦੇ ਨਾਲ ਸ਼ੁਕਰਗੁਜ਼ਾਰੀ ਕਰਾਂਗੇ, ਉਹਦੇ ਨਾਲ ਆਪਣੇ ਰਾਬਤੇ ਨੂੰ ਕਾਇਮ ਕਰਾਂਗੇ ਤਾਂ ਉਹ ਜਲਦੀ ਮਿਲੇਗਾ। ਹਾਲੇਲੂਇਆ, ਹਾਲੇਲੂਇਆ। ਅਗਰ ਤੁਹਾਡਾ ਉਹਦੇ ਨਾਲ ਰਾਬਤਾ ਹੀ ਕਾਇਮ ਨਹੀਂ ਹੈਗਾ, ਹਰ ਘੜੀ ਹਰ ਪਲ ਤੁਸੀਂ ਕੋਈ ਕੰਮ ਕਰਦੇ ਹੋ, ਬੁੜਬੁੜਾਉਂਦੇ ਰਹਿੰਦੇ ਹੋ,
फिर की मिलेगा? की मिलेगा? कुछ नहीं मिलेगा। इजराइलियां को परमेश्वर बड़े काम करके बलवंत हत्थां दे नाल मिस्र चों कढ के लैके आया। जदों मिस्र चों कढ के लैके आया, मेरे प्रिय भैन भाईओ, मैं तुहानूं दसना चाहना, बड़ा भेद भरिया एक छोटा जिहा मैं तुहानूं विशा दसना चाहना। और खुदा उन्होंने लैके चलिया। जो खुदा उन्होंने लैके चलिया तो आले दुआले पूरियां पहाड़ियां सीगियां और बिल्कुल पगडंडी दे विच लैके चलिया। हालेलुया। और जाके कित्थे खड़ा कीता पता तुहानूं? पिछे रास्ता नहीं है, अगे तट दे उत्ते खड़ा कीता। मिस्र दे जिहड़ा इजराइल दा तट है वो बिल्कुल उहदे उत्ते खड़ा कीता जाके। मिस्र चों बाहर निकल के सऊदी अरब के तट के उत्ते बिल्कुल तो सामने सऊदी अरब है, कोई सीना पहाड़ है, उत्ते जाके खड़ा कर लिया। तो फिरौन लिखदा वचन दे विच लिखिया, फिरौन ने कहा उन्हें घिर गए। अगे किया समुद्र, पिछे किया फौज आ गई। हालेलुया। और ना इधर भज सकते हैं फौजी साहब, ना इधर भज सकते हैं, क्योंकि एक मील ऊंचियां साइडां ते पहाड़ियां सीगियां, भज नहीं सकते। ਤਾਂ मूसा ਨੂੰ ਕਿਹਾ ਇਸਰਾਈਲੀਆਂ ਨੇ ਕਿ ਮਿਸਰ ਦੇ ਵਿੱਚ ਕਾਬਰਾਂ ਘੱਟ ਸੀਗੀਆਂ ਜੋ ਸਾਨੂੰ ਬੁਰੇ ਮਾਮਲੇ ਲੈ ਕੇ ਆਇਆ। ਉਹਨਾਂ ਨੇ ਉਹ ਚੀਜ਼ਾਂ ਨਹੀਂ ਦੇਖੀਆਂ ਜਿਹੜੀਆਂ ਪਰਮੇਸ਼ਵਰ ਨੇ ਆਪਣੇ ਜੋਰਾਵਰ ਹੱਥਾਂ ਨਾਲ ਕੀਤੀਆਂ ਨੇ ਉਹਨਾਂ ਦੇ ਜੀਵਨ ਦੇ ਵਿੱਚ, ਭੁੱਲ ਗਏ। और मेरे प्रिय भैन भाइयों, मैं सुन रहा सिर्फ अपने दास ਨੂੰ बड़ा अच्छा उन्हें समझाया। कहते जिस जगह तो कट्टिया समुद्र ਨੂੰ परमेश्वर ने इधरों चक के बचाले मिट्टी का पुल बनाता। हालेलुया। कहता जो उस जगह के उत्ते उन्हें सच किया गया, लभ्या गया, तो मिस्र की फौज के अज भी बेड़ियां दियां टायर मिलते हैं, घोड़ियां दियां पिंजर मिलते हैं, फौजियां के शास्त्रां के उत्ते जंगाल लग्या हुआ मिल रहा है। हालेलुया। क्योंकि मेरा ते तुहाडा परमेश्वर सामर्थी परमेश्वर है। और परमेश्वर ने समुद्र को तूफान करता कदों? क्योंकि मूसा परमेश्वर के नाल बड़ा वफादारी नाल चल रहा सी और उसकी हर एक प्रार्थना वो सुन रहा सी। और तुहाडी ते मेरी प्रार्थना कदों सुनेगा? जदों अपने जीवन दे विच प्रार्थना के हथियार को बनावोगे। मैनूं लगदा जे असीं फेसबुक ते बैठ जाइए तो घंटिਆਂ प्रति पता नहीं लगता, घंटा लंघ गया 2 घंटे लंघ गए। जे असीं WhatsApp ते बैठ जाइए, WhatsApp ते पता नहीं लगता किहनूं चैट करना किहनूं नहीं करना। हालेलुया। पर जदों असीं प्रार्थना 'ਚ बैठदे हां फिर हालेलुया धन्नवाद आमीन 3 लफ्ज़ नहीं बस पावांगे की असीं प्रभु तो की लवांगे प्रभु तो असीं किवें वधांगे प्रभु दे नाल असीं किवें आउण वाले दिनां 'च जदों शैतान दे नाल जंग लड़न दा मौका मिलेगा तो उस ते मैं लड़ांगे किवें। हालेलुया। अपनी एक वचन प्रार्थना ही है जिहड़ी सानूं शैतान दे नाल लड़न लई मजबूत करदी है। और वो प्रार्थना ही आ जिहड़ी परमेश्वर दे नाम दे विच हमलिਆਂ ਨੂੰ रोकण लई साडी सहायता करदी आ। और फिर तुहाडे जीवन च पवित्र वचन है। हालेलुया। अगर तुसीं जंग लड़नी आ, किवें लड़नी आ, हथियार किवें चलाउणा, मैं सिखाउणा तुहानूं। और तुहाडे और मेरे मुक्तिदाता खुदावंद यीशु ने लड़ के दिखाई जंग। पढ़ी मत्ती दी जी ਉਹਦਾ 4 ਬਾਬ ਉਹਦੀ ਪਹਿਲੀ ਆਇਤ ਤੋਂ 13 तक देखांगे। ध्यान नाल सुनियो। अज तो पहला है बहुत बारी सुनिया तुसीं, लेकिन अज बड़े अच्छे तरीके से सुनने की कोशिश करियो ताकि प्रभु तुहानूं जिंदगी बड़ी बरकत और आशीष दे। पढ़ी। तद यीशु आत्मा दी अगुवाई नाल उजाड़ विच गया। पहली गल कादी अगुवाई नाल गया? आत्मा दी अगुवाई नाल गया। और तुसीं ते मैं किहदी अगुवाई नाल जाने आ? पड़ोसी दी अगुवाई नाल जाने आ, अपनी अगुवाई नाल जाने आ। असीं अपनी अगुवाई नाल काम करदे आ, जो साडे मूंह च आउंदा असीं बोलदे आ। परमेश्वर दी रहनुमाई पुछदे नहीं, प्रभु तेरी की मर्जी है। हालेलुया। प्रभु तेरी की मर्जी आ, अगर तेरी मर्जी है मेरे जीवन दे विच मैं करा। प्रभु यीशु ने सब तो पहले की लिखा वचन दे विच आत्मा दी अगुवाई लई आ, अपने आप नहीं किया। आत्मा दी अगुवाई तो बगैर जे तुसीं चलोगे तो मार खाओगे। आत्मा दी अगुवाई दे नाल चलोगे तो तुहानूं शैतान छू नहीं सकेगा। हालेलुया। आत्मा दी अगुवाई नाल चलिए। हाँ जी। भाई शैतान कोलों परताया जाए। और देखिए आत्मा दी अगुवाई ना गया भी शैतान परखे। वचन दाता है शैतान की करे परखे। हाँ। अते जां 40 दिन अते 40 रात वर्त रखिया। सबले हालेलुया। हुण इत्थे एक गल आंदी आ, ये जंग लड़न तो पहला प्रभु यीशु मसीह ने की कीता?
ਕੀ ਕੀਤਾ? ਆਪਣੇ ਆਪ ਨੂੰ ਤਿਆਰ ਕੀਤਾ, ਰੰਗਰੂਟੀ ਕੀਤੀ ਉਹਨੇ। ਇਹ ਸਮਝੋ ਇੱਕ ਸੋਲਜਰ ਬਣਿਆ ਪੂਰਾ ਪ੍ਰੋਪਰ। ਅਗਰ ਉਹ ਚਾਹੁੰਦਾ ਤਾਂ ਕੁਝ ਵੀ ਕਰ ਸਕਦਾ ਸੀ, ਲੇਕਿਨ ਸਰੀਰਕ ਤੌਰ ਤੇ ਆਉਣ ਦੇ ਨਾਤੇ ਉਹਨੇ ਸਰੀਰ ਦੇ ਵਿੱਚ ਜੋ ਕਰਨਾ ਚਾਹੀਦਾ ਤੁਹਾਨੂੰ ਤੇ ਮੈਨੂੰ ਐਗਜ਼ਾਮਪਲ ਦੇਣ ਲਈ ਸਭ ਕੁਝ ਕਰਕੇ ਦਿਖਾਇਆ। ਉਹਨੇ ਕੀ ਕੀਤਾ? ਸਭ ਤੋਂ ਪਹਿਲਾਂ ਆਤਮਾ ਦੀ ਅਗਵਾਈ ਨਾਲ 40 ਦਿਨ ਤੇ 40 ਰਾਤਾਂ ਕੀ ਕੀਤੀ? ਫਾਸਟਿੰਗ ਕੀਤੀ, ਵਰਤ ਰੱਖਿਆ। ਹਾਂ, ਤਾਂ ਉਹਨੂੰ ਭੁੱਖ ਲੱਗੀ। ਹੁਣ 40 ਦਿਨ 40 ਰਾਤਾਂ ਲੰਘ ਗਈਆਂ, ਪਰਮੇਸ਼ਰ ਦਾ ਵਚਨ ਕਹਿੰਦਾ ਉਹਨੂੰ ਭੁੱਖ ਲੱਗੀ ਆ। ਤੁਹਾਨੂੰ ਤੇ ਮੈਨੂੰ ਵੀ ਭੁੱਖ ਲੱਗਦੀ ਆ। ਕਈਆਂ ਨੂੰ ਭੁੱਖ ਰੋਟੀ ਦੀ ਲੱਗਦੀ ਆ, ਕਈਆਂ ਨੂੰ ਲੜਾਈ ਕਰਨ ਦੀ ਲੱਗਦੀ ਆ, ਕਈਆਂ ਨੂੰ ਗਾਲਾਂ ਕੱਢਣ ਦੀ ਲੱਗਦੀ ਆ ਭੁੱਖ। ਉਹ ਥੋੜਾ ਟਾਈਮ ਪ੍ਰਭੂ ਦੇ ਵਿੱਚ ਚੱਲਦੇ ਨੇ, ਬਾਅਦ ਫਿਰ ਉਹੀ ਦੁਨਿਆਵੀ ਕੰਮ ਉਹਨਾਂ ਦੇ ਜੀਵਨਾਂ 'ਚ ਦਿਖਦੇ ਨੇ। ਹਾਲੇਲੂਇਆ। ਇਹ ਤੇ ਲਿਖਿਆ ਉਹਨੂੰ ਭੁੱਖ ਲੱਗੀ। ਹਾਂ, ਤਦ ਪਰਤਿਆਉਣ ਵਾਲੇ ਨੇ ਕੋਲ ਆਣ ਕੇ ਉਹਨੂੰ ਕਿਹਾ। ਪਰਖਣ ਵਾਲਾ ਵੀ ਤਿਆਰ ਸੀਗਾ। ਵਚਨ ਦਾਦਾ 40 ਦਿਨ ਪਰਖਦਾ ਰਿਹਾ, ਜੇ ਸਹੀ ਤਰੀਕੇ ਨਾਲ ਦੇਖੀ ਆਪਾਂ, ਡਿਸਟਰਬ ਕਰਦਾ ਰਿਹਾ ਉਹਦੀ ਸਿਹਤ ਨੂੰ ਤੋੜਨ ਦੇ ਲਈ, ਉਹਦੇ ਕੰਮ ਨੂੰ ਤੋੜਨ ਲਈ, ਉਹ ਜਿਹੜੀ ਜੰਗ ਲੜਨ ਵਾਲਾ ਸੀ ਉਹਨੂੰ ਤੋੜਨ ਦੇ ਲਈ ਉਹਨੂੰ ਪਰਖਦਾ ਰਿਹਾ। ਲੇਕਿਨ ਜਦੋਂ ਪਰਖਣ ਵਾਲੇ ਨੇ ਆ ਕੇ ਕੋਲੇ ਕੀ ਕਿਹਾ? ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਸਭਲੇ ਹਾਲੇਲੂਇਆ। ਇਹ ਪੱਥਰ ਨੇ ਜਿਹੜੇ ਰੋਟੀਆਂ ਬਣ ਜਾਣ। ਹਾਲੇਲੂਇਆ। ਹਾਲੇਲੂਇਆ। ਪਰ ਖੁਦਾਵੰਦ ਯਿਸੂ ਕੋਲੇ ਆਤਮਾ ਦੀ ਤਲਵਾਰ ਹੈਗੀ ਆ, ਔਰ ਉਹਨੇ ਆਤਮਾ ਦੀ ਤਲਵਾਰ ਬੜੀ ਤਕੜੀ ਨਾਲ ਫੜੀ ਹੋਈ ਆ, ਤਕੜਾਈ ਨਾਲ ਫੜੀ ਹੋਈ ਆ। ਔਰ ਜੇ ਤਾਂ ਭੁੱਖ ਲੱਗੀ ਸੀ, ਔਰ ਖੁਦਾਵੰਦ ਯਿਸੂ ਸੀ ਕਹਿੰਦਾ ਪੱਥਰੋਂ ਰੋਟੀਆਂ ਬਣ ਜਾਓ, ਬਣ ਜਾਂਦੀਆਂ। ਜੇ 40 ਸਾਲ ਉਹ ਆਕਾਸ਼ ਤੋਂ ਮਨ ਬਰਸਾ ਸਕਦਾ, ਕਿ ਉਹ ਪੱਥਰਾਂ ਨੂੰ ਕਹਿ ਕੇ ਰੋਟੀਆਂ ਨਹੀਂ ਬਣਾ ਸਕਦਾ? ਜੇ 5 ਰੋਟੀਆਂ 2 ਮੱਛੀਆਂ ਨਾਲ 5000 ਲੋਕਾਂ ਨੂੰ ਰਜ਼ਾ ਸਕਦਾ, ਕਿ ਇਹਨਾਂ ਪੱਥਰਾਂ ਨੂੰ ਕਹਿ ਕੇ ਰੋਟੀਆਂ ਨਹੀਂ ਬਣਾ ਸਕਦਾ? ਪਰ ਲੜ ਕੀ ਰਿਹਾ ਹੈ? ਸ਼ੈਤਾਨ ਨਾਲ ਜੰਗ ਲੜ ਰਿਹਾ। ਹਾਲੇਲੂਇਆ। ਇਹ ਤੇ ਸ਼ੈਤਾਨ ਨਾਲ ਜੰਗ ਲੜ ਰਿਹਾ ਹੈ। ਪਰ ਪ੍ਰਭੂ ਨੇ ਬੜੇ ਅੱਛੇ ਤਰੀਕੇ ਨਾਲ ਜਿਹੜਾ ਜੰਗ ਹੈ ਉਹਦੀ ਉਹ ਹਥਿਆਰ ਨੂੰ ਚੱਕਿਆ। ਸੁਣੀਏ ਜੀ ਨਾਲ। ਪਰ ਉਹਨੇ ਉੱਤਰ ਦਿੱਤਾ ਲਿਖਿਆ ਹੈ। ਉਹਨੇ ਉੱਤਰ ਦਿੱਤਾ, ਮੈਨੂੰ ਭੁੱਖ ਬੜੀ ਲੱਗੀ ਆ, ਇਹ ਰੋਟੀਆਂ ਨਾਨ ਨਹੀਂ ਬਣ ਸਕਦੇ, ਚਾਹੇ ਪੂਰੀਆਂ ਨਹੀਂ ਬਣ ਸਕਦੀਆਂ। ਹਾਲੇਲੂਇਆ। ਇਹ ਉੱਤਰ ਦਿੱਤਾ। ਅੱਜ ਅਸੀਂ ਉੱਤਰ ਕੀ ਦਿੰਦੇ ਆ? ਪ੍ਰਾਰਥਨਾ ਬਾਅਦ ਚ ਕਰੂੰਗਾ, ਪਹਿਲਾਂ ਮੈਂ ਢਿੱਡ ਭਰ ਲਾਂ। ਹਾਲੇਲੂਇਆ। ਅੱਜ ਅਸੀਂ ਉੱਤਰ ਇਹ ਦੇ ਰਹੇ ਹਾਂ। ਪਰ ਪ੍ਰਭੂ ਨੂੰ ਪਤਾ ਹੈ ਯਿਸੂ ਮਸੀਹ ਨੇ ਜੰਗ ਲੜਨੀ ਸਟਾਰਟ ਕਰੀ, ਤੁਹਾਡੇ ਤੇ ਮੇਰੇ ਅੱਜ ਉਹ ਹਥਿਆਰ ਕੰਮ ਆਏਗਾ। ਹਾਲੇਲੂਇਆ। ਉਹਨੇ ਵਚਨ ਚੱਕਿਆ, ਔਰ ਵਚਨ ਦੇ ਵਿੱਚੋਂ ਕੀ ਬੋਲਿਆ? ਹਾਂ ਪੜ੍ਹੀਏ। ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ। ਕਹਿੰਦਾ ਪ੍ਰਭੂ ਦੇ ਬਾਰੇ ਚ ਲਿਖਿਆ, ਇਨਸਾਨ ਨਿਰੀ ਰੋਟੀ ਨਾਲ ਨਹੀਂ ਜਿਉਂਦਾ ਰਹਿੰਦਾ। ਵਿਵਸਥਾ ਜਰ ਚੋਂ ਗੱਲ ਕਰਦਾ ਪ੍ਰਭੂ। ਕਹਿੰਦਾ ਇਨਸਾਨ ਨਿਰੀ ਰੋਟੀ ਨਾਲ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ, ਹਰੇਕ ਵਚਨ ਨਾਲ। ਹਾਲੇਲੂਇਆ। ਹਰੇਕ ਵਚਨ ਦੇ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ, ਜਿਹੜਾ ਪਰਮੇਸ਼ਰ ਦੇ ਮੁਖ ਚੋਂ ਨਿਕਲਦਾ, ਮੇਰੇ ਪ੍ਰਿਯ ਭਾਈ ਭੈਣ ਭਾਈਓ, ਇਸ ਵਚਨ ਦੇ ਨਾਲ ਜਿਉਂਦਾ ਰਹੇਗਾ। ਹਾਲੇਲੂਇਆ। ਜਿਉਂਦਾ ਰਹਿਣਾ ਤਾਂ ਇਸ ਵਚਨ ਦੇ ਨਾਲ ਰਿਹਾ ਜਾ ਸਕਦਾ ਹੈ। ਅਗਰ ਜੰਗ ਲੜਨੀ ਹੈ ਤਾਂ ਇਸ ਵਚਨ ਦੇ ਦੁਆਰਾ ਲੜਨੀ ਆ। ਕਈ ਲੋਕਾਂ ਨੂੰ ਕੋਈ ਆ ਕੇ ਸਵਾਲ ਕਰਦਾ ਪ੍ਰਭੂ ਦੇ ਵਚਨਾਂ ਦੇ ਵਿੱਚੋਂ, ਇੱਕ ਸਵਾਲ ਦਾ ਵੀ ਉੱਤਰ ਨਹੀਂ ਮਿਲਦਾ। ਮੈਨੂੰ ਇੰਨੀ ਨੌਲੇਜ ਨਹੀਂ। ਇਹ ਹੱਲ ਹੈ? ਵਚਨ ਤੁਹਾਡੇ ਕੋਲੇ ਆ, YouTube ਤੁਹਾਡੇ ਕੋਲੇ ਆ, ਹਰ ਇੱਕ ਚੀਜ਼ ਤੁਹਾਡੇ ਕੋਲੇ ਆ। ਤੁਸੀਂ ਲੱਭੋ, ਸੁਣੋ ਰੱਬ ਦੇ ਦਾਸਾਂ ਨੂੰ, ਤਾਂ ਕਿ ਤੁਸੀਂ ਸਿੱਖ ਪਾਓ ਉਹਨਾਂ ਗੱਲਾਂ ਦਾ, ਤਾਂ ਕਿ ਸ਼ੈਤਾਨ ਦਾ ਸਾਹਮਣਾ ਕਰ ਸਕੋ। ਹਾਲੇਲੂਇਆ। ਇੱਕ ਗੱਲ ਚ ਕੇ ਸ਼ੈਤਾਨ ਤੁਹਾਨੂੰ ਗੁੰਮਰਾਹੀ ਦੇ ਵਿੱਚ ਲੈ ਜਾਂਦਾ। 1 ਮਿੰਟ ਲਾਉਂਦਾ। ਬਿਲੀ ਗ੍ਰਾਮ ਲਿਖਦਾ ਗਾ, ਇੱਕ ਉਹਦਾ ਦੋਸਤ ਸੀਗਾ ਬਿਲੀ ਗ੍ਰਾਮ ਦਾ, ਮੈਂ ਪਿਛਲੇ ਦਿਨ ਵੀ ਦੱਸ ਰਿਹਾ ਸੀਗਾ। ਉਹਨੂੰ ਕਿਸੇ ਨੇ ਆ ਕੇ, ਇੱਕ ਨਾਸਤਿਕ ਨੇ ਜਿਹੜਾ ਪਰਮੇਸ਼ਰ ਦੀ ਵਡਿਆਈ ਕਰਨ ਵਾਲਾ ਨਹੀਂ ਸੀਗਾ, ਉਹਨੂੰ ਆ ਕੇ ਕਿਹਾ, ਪਰਮੇਸ਼ਰ ਦੇ ਵਚਨਾਂ 'ਚ ਕੁਝ ਗੱਲਾਂ ਦੱਸੀਆਂ ਜਾਂ ਗੱਲਾਂ ਕਹੀਆਂ ਤਾਂ ਉਹਨੂੰ ਜਵਾਬ ਨਹੀਂ ਦਿੱਤਾ ਗਿਆ। ਜਦੋਂ ਉਹ ਪ੍ਰਾਰਥਨਾ ਕਰਦਾ ਸੀ, ਵਚਨ ਸੁਣਾਉਂਦਾ ਸੀ, 400 ਲੋਕ ਤੌਬਾ ਕਰ ਦਿੰਦੇ ਸੀ ਆਪਣੇ ਗੁਨਾਹਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀ। ਤੇ ਬਿਲੀ ਗ੍ਰਾਮ ਹਾਲੇਲੂਇਆ ਜਦੋਂ ਪ੍ਰਾਰਥਨਾ ਕਰਦਾ ਸੀਗਾ, 4 ਲੋਕ ਸਿਰਫ ਤੌਬਾ ਕਰਦੇ। ਜਦੋਂ ਉਹਨੇ ਉਹਦੇ ਨਾਲ ਗੱਲਾਂ ਕਰੀਆਂ ਤਾਂ ਉਹ ਬੈਕਸਾਈਡ ਹੋ ਗਿਆ, ਪ੍ਰਭੂ ਨੂੰ ਛੱਡ ਗਿਆ, ਔਰ ਉਹ ਸਮਝ ਨਹੀਂ ਪਾਇਆ, ਸ਼ੈਤਾਨ ਉਹਦੇ ਹਾਵੀ ਹੋ ਗਿਆ, ਉਹ ਪਿੱਛੇ ਹਟ ਗਿਆ। ਜਦੋਂ ਬਿਲੀ ਗ੍ਰਾਮ ਕੋਲ ਬੰਦਾ ਆਇਆ, ਸ਼ੈਤਾਨ ਨੇ ਉਹਨੂੰ ਯੂਜ਼ ਕੀਤਾ। ਬਿਲੀ ਗ੍ਰਾਮ ਕੋਲੇ ਆਇਆ, ਪਰ ਬਿਲੀ ਗ੍ਰਾਮ ਨੂੰ ਆ ਕੇ ਕਿਹਾ ਉਹੀ ਗੱਲਾਂ ਕਹੀਆਂ
ਉਹ ਕਹਿੰਦਾ ਮੈਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ, ਪਰ ਮੈਨੂੰ ਇੰਨਾ ਪਤਾ ਮੇਰਾ ਰੱਬ ਸੱਚਾ ਹੈ। ਹਾਲੇਲੂਇਆ। ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ। ਮੈਨੂੰ ਇੰਨਾ ਪਤਾ, ਮੈਂ ਇਹਨਾਂ ਗੱਲਾਂ ਬਾਰੇ ਨਹੀਂ ਜਾਣਦਾ, ਨਹੀਂ ਜਵਾਬ ਦੇ ਪਾਵਾਂਗਾ ਤੈਨੂੰ। ਮੈਂ ਹੋ ਸਕਦਾ ਇੰਨੀ ਮੈਨੂੰ ਨੌਲੇਜ ਨਹੀਂ ਆ, ਪਰ ਮੇਰਾ ਈਮਾਨ ਹੈ ਕਿ ਮੇਰਾ ਰੱਬ ਸੱਚਾ ਹੈ। ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ। ਹਾਲੇਲੂਇਆ। ਸਭ ਕੁਝ ਕਰ ਸਕਦਾ ਹੈ। ਬੜੀ ਜਲਦੀ ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ। ਉਹ ਨਾਲ ਦੀ ਨਾਲ ਤੁਹਾਡੇ ਅੱਗੇ ਆਪਸ਼ਨ ਰੱਖਦੀ ਕਿ ਕੋਈ ਗੱਲ ਕਰੀ ਤੁਹਾਡੇ ਨਾਲ ਆ ਕੇ, ਪਰਿਵਾਰ ਦੇ ਵਿੱਚ ਬੈਠੇ ਹੋ ਤੁਸੀਂ, ਕਿਸੇ ਨਾ ਕਿਸੇ ਨੇ ਆ ਕੇ ਗੱਲ ਕਰੀ, ਫਲਾਣੇ ਦੀ ਸ਼ਾਦੀ ਆ, ਕੀ ਕੱਪੜੇ ਲੈ ਲੈ? ਫਲਾਣੇ ਦੀ ਕੀ ਆ ਸ਼ਾਦੀ ਆ, ਕੱਪੜੇ ਲੈ ਲੈ। ਔਰ ਆਪਾਂ ਨੂੰ ਇਮੀਡੀਏਟਲੀ ਇਹ ਵੀ ਨਹੀਂ ਪਤਾ ਲੱਗਿਆ ਕਿ ਕਿਹਦੇ ਵੱਲੋਂ ਆ, ਨਾਲ ਦੀ ਨਾਲ ਘਰ ਦੇ ਵਿੱਚ ਲੜਾਈ ਸਟਾਰਟ ਹੋ ਗਈ। ਲੈ ਕਦੇ ਕੱਪੜੇ ਨਹੀਂ ਲੈ ਕੇ ਦਿੱਤੇ ਨਹੀਂ। ਇਹ ਨਹੀਂ ਸਮਝ ਆਈ ਕਿ ਸ਼ੈਤਾਨ ਤੁਹਾਡੇ ਜੀਵਨ ਦੀ ਸ਼ਾਂਤੀ ਭੰਗ ਕਰਨ ਆਇਆ। ਕਿਸੇ ਨੇ ਕੀ ਦੇਖਿਆ? ਪਹਿਲਾ ਪਰਿਵਾਰ ਹੈ। ਅਗਰ ਤੁਸੀਂ ਆਪਸ ਵਿੱਚ ਆਪਣੀ ਅੰਡਰਸਟੈਂਡਿੰਗ ਰੱਖ ਸਕਦੇ ਹੋ ਤਾਂ ਸਭ ਕੁਝ ਬਾਹਰ ਹੋ ਸਕਦਾ। ਹਾਲੇਲੂਇਆ। ਸ਼ੈਤਾਨ ਨੇ ਆ ਕੇ 1 ਮਿੰਟ ਦੇ ਵਿੱਚ ਆਪਣਾ ਕੰਮ ਕੀਤਾ, ਬਾਹਰ ਚਲਿਆ ਗਿਆ। ਚੁਗਲੀ ਕਰਨ ਵਾਲਾ ਚੁਗਲੀ ਕਰ ਗਿਆ, ਘਰ ਦੇ ਵਿੱਚ ਘਸਮਾਨ ਪੈ ਗਿਆ। ਇੱਥੇ ਵਚਨ ਦੇ ਵਿੱਚ ਸਾਫ਼ ਲਿਖਿਆ, ਗੱਲ ਸਮਝੋ ਪ੍ਰਭੂ ਕੀ ਕਹਿੰਦਾ ਹੈ। ਪ੍ਰਭੂ ਨੇ ਵਚਨ ਚੋਂ ਗੱਲ ਕਰੀ, ਕੋਈ ਗੱਲ ਨਹੀਂ ਕਰਦਾ। ਜੇ ਸ਼ਾਦੀ ਹੈ ਕੱਪੜੇ ਲੈ ਲਾਂਗੇ। ਸਮਾਂ ਪਿਆ ਭਾਈ। ਹਾਲੇਲੂਇਆ। ਸਮਾਂ ਪਿਆ ਹਰ ਕੰਮ ਦੇ ਲਈ। ਸਮਾਂ ਪਰਮੇਸ਼ਵਰ ਨੇ ਦਿੱਤਾ। ਔਰ ਵਚਨ ਦੇ ਲਿਖਿਆ ਹਰ ਕੰਮ ਦਾ ਇੱਕ ਵੇਲਾ ਹੈਗਾ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ ਹੋ ਜਾਏਗਾ, ਕਿਉਂਕਿ ਪ੍ਰਭੂ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ। ਹਾਲੇਲੂਇਆ। ਤਾਂ ਉਹਨੂੰ ਲੈ ਕੇ ਆਪਣੇ ਘਰ ਦੇ ਵਿੱਚ ਫਾਈਟ ਨਾ ਕਰੀਏ, ਕਿਉਂਕਿ ਸ਼ੈਤਾਨ ਲੜਾਈ ਝਗੜਿਆਂ ਦੇ ਵਿੱਚ ਸ਼ਾਮਲ ਹੋ ਕੇ ਆਉਂਦਾ ਹੈ। ਹਾਲੇਲੂਇਆ। ਹਾਂਜੀ ਪੜ੍ਹੀਏ। ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ। ਪ੍ਰਭੂ ਦਾ ਵਚਨ ਕਹਿੰਦਾ ਪਵਿੱਤਰ ਸ਼ਹਿਰ ਵਿੱਚ ਲੈ ਗਿਆ। ਇੱਕਦਮ ਜੈਨ ਦੇ ਵਿੱਚ ਉਹਨੂੰ ਸ਼ਹਿਰ ਦਿਖਾਇਆ, ਪੂਰਾ ਯਰੂਸ਼ਲਮ ਦਿਖਾਇਆ, ਪੂਰੀ ਦੁਨੀਆ ਦੀਆਂ ਬਾਦਸ਼ਾਹੀਆਂ ਦਿਖਾਈਆਂ। ਹਾਂ। ਅਤੇ ਹੈਕਲ ਦੇ ਕਿੰਗਰੇ ਤੇ ਖੜਾ ਕਰਕੇ ਉਹਨੂੰ ਕਿਹਾ, ਉੱਚੀ ਜਗ੍ਹਾ ਤੇ ਉੱਚਾ ਘਮੰਡ ਦੇ ਨਾਲ ਭਰਾ ਕੇ, ਯਿਸੂ ਮਸੀਹ ਨੂੰ ਘਮੰਡ ਨਾਲ ਭਰ ਕੇ ਉੱਚਾ ਕਰਨਾ ਚਾਹੁੰਦਾ। ਹਾਂ ਤੂੰ ਇੱਥੇ ਖੜ, ਤੇਰਾ ਇੱਥੇ ਠੀਕ ਆ ਤੂੰ। ਪਰ ਮੇਰੇ ਪ੍ਰਿय ਭੈਣ ਭਾਈਓ, ਯਾਦ ਰੱਖੋ ਜਿੱਥੇ ਪ੍ਰਭੂ ਖੜਾਉਣਾ ਚਾਹੁੰਦਾ ਉੱਥੇ ਖੜੋ। ਹਾਲੇਲੂਇਆ। ਪਰ ਖੁਦਾਵੰਦ ਯਿਸੂ ਨੂੰ ਲਿਖਿਆ ਵਚਨ ਦੇ ਵਿੱਚ ਉੱਚੇ ਕਿੰਗਰੇ ਤੇ ਜਾ ਕੇ ਖੜਾ ਕੀਤਾ। ਕਾਹਦੇ ਲਈ? ਉੱਚਾ ਕਿਉਂ ਕੀਤਾ ਸੀ? ਕਿਉਂ ਕੀਤਾ ਪਤਾ ਤੁਹਾਨੂੰ? ਥੱਲੇ ਡਿੱਗੇ। ਪਰ ਪ੍ਰਭੂ ਕਹਿੰਦਾ ਮੂਹਰਲੀਆਂ ਕੁਰਸੀਆਂ ਦੇ ਉੱਤੇ ਬੈਠਣ ਵਾਲੇ ਜਿਹੜੇ ਨੇ ਨਾ, ਜਦੋਂ ਤੈਨੂੰ ਕਿਤੇ ਬੁਲਾਇਆ ਨਾ ਪਿੱਛੇ ਬੈਠ, ਤਾਂ ਕਿ ਤੈਨੂੰ ਆਦਰ ਦੇ ਨਾਲ ਬੁਲਾਇਆ ਜਾਵੇ ਵੀ ਆਓ ਜੀ ਉਰੇ ਬੈਠੋ। ਇਹ ਨਾ ਹੋਵੇ ਤੂੰ ਮੂਹਰਲੀ ਕੁਰਸੀ ਦੇ ਉੱਤੇ ਝਪਟ ਮਾਰ ਕੇ ਬੈਠ ਜਾਵੇਂ और वो कहे भाई साहब तेरे को अच्छा पतवंता हो रहा है, तो पीछे चल। हालेलुया। समझिए, जो जगह परमेश्वर ने ਤੁਹਾਨੂੰ ਦਿੱਤੀ ਆ ਉਹਨੂੰ ਫੜੇ ਰੱਖੇ ਮਜ਼ਬੂਤੀ ਦੇ ਨਾਲ। ਇਸ ਜਗ੍ਹਾ ਤੇ ਪ੍ਰਭੂ ਨੂੰ ਕਿੱਥੇ ਲੈ ਕੇ ਗਿਆ? ਉੱਚੀ ਜਗ੍ਹਾ ਤੇ ਲੈ ਕੇ ਗਿਆ। ਕਿਉਂ? ਅੱਗੇ ਜਾ ਕੇ ਕੀ ਕਹਿਣਾ? ਪੜ੍ਹੀਏ। ਹਾਂ। ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ। ਕੀ ਕਰਨਾ? ਫਿਰ ਮੇਰੀ ਗੱਲ ਨੋਟ ਕਰੋ, ਧਿਆਨ ਰੱਖੋ। ਜਿੱਥੇ ਖੁਦਾ ਖੜਾ ਕਰਦਾ ਨਾ, ਉਹ ਤੁਹਾਡੇ ਲਈ ਬਰਕਤ ਔਰ ਆਸ਼ੀਸ਼ ਦਾ ਕਾਰਨ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਸ਼ੈਤਾਨ ਖੜਾ ਹੈ, ਤੁਹਾਨੂੰ ਛੱਡਣ ਲਈ ਤਿਆਰ ਹੈ। ਇਹੀ ਸ਼ੁਕਰਗੁਜ਼ਾਰੀ ਕਰੋ ਪ੍ਰਭੂ ਦੀ, ਪ੍ਰਭੂ ਜਿੱਥੇ ਤੂੰ ਮੈਨੂੰ ਖੜਾ ਕੀਤਾ ਤੇਰਾ ਧੰਨਵਾਦ। ਹਾਲੇਲੂਇਆ। ਨੇ ਇਸੇ ਹਾਲ ਦੇ ਵਿੱਚ ਤੇਰਾ ਧੰਨਵਾਦ। ਦਾਊਦ, ਅਗਰ ਦਾਊਦ ਨੂੰ ਤੁਸੀਂ ਦੇਖਦੇ ਹੋ, ਅਗਰ ਉਹਦੇ ਭਰਾਵਾਂ ਨੂੰ ਦੇਖਦੇ ਹੋ ਤਾਂ ਬੜਾ ਅਲੱਗ ਦਿਖਦਾ ਹੈ। ਦਾਊਦ ਦਾ ਜਿਹੜਾ ਕੱਦ ਛੋਟਾ ਥਾ। ਔਰ ਦੂਸਰਾ ਅਗਰ ਤੁਸੀਂ ਜੱਗੀ ਨੂੰ ਦੇਖਦੇ ਹੋ, ਹਾਂਜੀ, ਪਤਰਸ ਤੇ ਯਹੂਨਾ ਕਿਹੜੇ ਸੀਗੇ ਤੇ ਜੱਗੀ, ਲੇਕਿਨ ਉਹਨੂੰ ਖੜਾ ਕਿੱਥੇ ਕੀਤਾ ਪ੍ਰਭੂ ਨੇ? ਜਿਉਂ ਹੀ ਪ੍ਰਭੂ ਦੇ ਘਰ ਚ ਗਿਆ, ਕਹਿੰਦਾ ਅੱਜ ਇਹਦੇ ਘਰ ਚ ਨਿਜ਼ਾਤ ਆਈ ਆ। ਸਮਝਣਾ ਪਏਗਾ ਪਰਮੇਸ਼ਵਰ ਜਿੱਥੇ ਤੁਹਾਨੂੰ ਖੜਾ ਪਰਮੇਸ਼ਵਰ ਕਰਦਾ ਉੱਥੇ ਖੜਨਾਗਾ। ਜਿੱਥੇ ਸ਼ੈਤਾਨ ਖੜਾ ਕਰਨਾ ਉੱਥੇ ਨਹੀਂ। ਹਾਲੇਲੂਇਆ। ਸ਼ੈਤਾਨ ਨੇ ਖੜਾ ਕਰਨਾ ਚਾਹਿਆ ਪ੍ਰਭੂ ਨੂੰ ਕਿਤੇ ਕਿੰਗਰੇ ਦੇ। ਹਾਂ। ਆਪਣੇ ਆਪ ਨੂੰ ਹੇਠਾਂ ਡੇਗ ਦੇ। ਫਿਰ ਕੀ ਕਹੂਗਾ? ਸੁਣੀਏ, ਜਿਉਂ ਹੀ ਤੁਸੀਂ ਆਪਣੀ ਪੋਜੀਸ਼ਨ, ਆਪਣੀ ਜਗ੍ਹਾ ਨੂੰ ਛੱਡੋਗੇ, ਸ਼ੈਤਾਨ ਤੁਹਾਨੂੰ ਗ੍ਰਿਫਤ ਕਰੇਗਾ। ਨੋਟ ਕਰ ਲਓ ਮੇਰੀ ਗੱਲ। ਜਿਉਂ ਹੀ ਤੁਸੀਂ ਪ੍ਰਭੂ ਦੇ ਵਿੱਚ ਆਪਣੀ ਜਗ੍ਹਾ ਬਣੀ ਨੂੰ ਛੱਡੋਗੇ, ਸ਼ੈਤਾਨ ਤੁਹਾਡੇ ਤੇ ਅਟੈਕ ਕਰੇਗਾ। ਕਿਉਂਕਿ ਪਰਮੇਸ਼ਵਰ ਦੇ ਵਿੱਚ ਲਿਖਿਆ, ਵਚਨ ਚ ਸਾਫ਼ ਲਿਖਿਆ, ਤੁਸੀਂ ਵੀ ਸਭ ਮਿਲ ਕੇ ਕੀ ਹੋ? ਭੈਣ ਭਾਈਓ। ਪਰ ਜਿਉਂ ਹੀ ਤੁਸੀਂ ਆਪਣੇ ਆਪ ਨੂੰ ਉੱਚਾ ਕਰੋਗੇ, ਵਚਨ ਚ ਸਾਫ਼ ਲਿਖਿਆ, ਜਿਹੜਾ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਚਾ ਕੀਤਾ ਜਾਏਗਾ, ਜਿਹੜਾ ਨੀਚਾ ਕਰੇਗਾ ਉਹ ਆਪਣੇ ਆਪ ਨੂੰ, ਪ੍ਰਭੂ ਨੂੰ ਕੀ ਕਰੇਗਾ? ਉੱਚਾ ਕਰੇਗਾ। ਉਹਨੂੰ ਉੱਚਾ ਕਰੇਗਾ।
ਇਹਦੇ ਵਚਨ 'ਚ ਲਿਖਿਆ ਇੱਕ ਕਿੰਗਰ ਤੇ ਲੈ ਜਾ ਕੇ ਖੜਾ ਕੀਤਾ। ਇਹ ਕਦੋਂ ਆਉਣਗੇ ਤੁਹਾਡੇ ਅੰਦਰ ਗੱਲਾਂ? ਜਦੋਂ ਤੁਹਾਡੇ ਜੀਵਨ ਦੇ ਸ਼ੈਤਾਨ ਇਹਨਾਂ ਗੱਲਾਂ ਨੂੰ ਪਾਏਗਾ। ਅਗਰ ਵਚਨ ਤੁਹਾਨੂੰ ਚੇਤੇ ਹੋਏਗਾ ਤੁਸੀਂ ਸਮਝੋਗੇ, ਅਗਰ ਵਚਨ ਚੇਤੇ ਨਹੀਂ ਹੋਗਾ ਤੇ ਕਿਵੇਂ ਸਮਝੋਗੇ ਤੁਸੀਂ? ਪਰ ਪ੍ਰਭੂ ਨੂੰ ਪਤਾ ਸੀ ਕੀ ਕਰਨ ਲੱਗਿਆ ਹੈ। ਹੁਣ ਉੱਪਰੋਂ ਲੈ ਜਾ ਕੇ ਧੱਕਾ ਦੇਣ ਲੱਗਿਆ। ਪਹਿਲਾਂ ਕਿ ਚੜਾ ਕੇ ਕੋਠੇ ਦੇ ਮਗਰੋਂ ਚੱਕਲੀ ਪੌੜੀ। ਹਾਲੇਲੂਇਆ। ਹੁਣ ਇਹ ਕੋਠੇ ਤੇ ਚੜਾਉਣ ਲੱਗਿਆ, ਹੁਣ ਧੱਕਾ ਦੇਵੇਗਾ। ਹਾਂ ਪੜੀਏ। ਕਿਉਂ ਜੋ ਲਿਖਿਆ ਹੈ, ਇਹ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ। ਦੇਖੋ ਕਿੱਡੀ ਵੱਡੀ ਗੱਲ ਕਰਦਾ। ਹਾਲੇਲੂਇਆ। ਕਿੱਡੀ ਵੱਡੀ ਗੱਲ ਕਰਦਾ ਸ਼ੈਤਾਨ। ਕਹਿੰਦਾ ਦੂਤਾਂ ਨੂੰ ਹੁਕਮ ਦੇ। ਲਿਖਿਆ ਵਚਨ ਦੇ ਵਿੱਚ ਜ਼ਬੂਰਾਂ 'ਚ ਲਿਖਦਾ, ਕਹਿੰਦਾ ਆਪਣੇ ਦੂਤਾਂ ਨੂੰ ਕੀ ਕਰਦਾ? ਹਵਾਵਾਂ ਬਣਾਉਂਦਾ, ਅੱਗ ਦੀਆਂ ਲਾਟਾਂ ਬਣਾ ਕੇ ਇਸਤੇਮਾਲ ਕਰਦਾ ਆਪਣੇ ਦਾਸਾਂ ਨੂੰ। ਹਾਲੇਲੂਇਆ। ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ, ਚੰਗੀ ਤਰ੍ਹਾਂ ਦੇਖਦੇ ਹਾਂ, ਫਿਰ ਪਤਾ ਲੱਗਦਾ ਵਚਨ ਚੇਤੇ ਕਰਾਂਦਾ ਪ੍ਰਭੂ। ਇੱਥੇ ਲਿਖਦਾ ਕਹਿੰਦਾ ਉਹ ਕੀ ਕਰੇਗਾ? ਤੇਰੇ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ, ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ। ਹਾਲੇਲੂਇਆ। ਉਹ ਤੈਨੂੰ ਹੱਥਾਂ ਉੱਤੇ ਚੁੱਕਣਗੇ। ਮੇਰੇ ਪ੍ਰਿਯ ਭੈਣ ਭਾਈਓ, ਅਗਰ ਖੁਦਾਵੰਦ ਯਿਸੂ ਉੱਪਰ ਚਲੇ ਜਾਂਦਾ, ਸਾਲ ਮਾਰਦਾ, ਕੀ ਲੱਗਦਾ ਫਿਰ ਤੇ ਆਗੇ ਨਾ ਚੱਕਦੇ? ਚੱਕ ਲੈਂਦੇ। ਲੇਕਿਨ ਅਗਲਾ ਦੇਖਿਓ ਤੁਸੀਂ ਜਾ ਕੇ, ਜਦੋਂ ਇਹਨੂੰ ਐਂਡ ਤੇ ਜਾ ਕੇ ਦੇਖੋਗੇ ਇੱਥੇ ਕੀ ਹੋਇਆ। ਇੱਥੇ ਕੀ ਹੋਇਆ? ਆਪਾਂ ਪੂਰੇ ਵਿਸ਼ੇ ਨੂੰ ਪੜਾਂਗੇ। ਇੱਥੇ ਦੇਖ ਲਓ ਕੀ ਹੋਇਆ। ਸ਼ੈਤਾਨ ਨੇ ਉਹਦੇ ਦਿਮਾਗ 'ਚ ਪਾਇਆ ਤੂੰ ਉੱਚਾ ਹੋ, ਤੂੰ ਉੱਪਰ ਜਾ ਔਰ ਆਪਣੇ ਆਪ ਨੂੰ ਥੱਲੇ ਦੇਖ ਕੇ ਦੇਖ, ਖੁਦਾ ਨੂੰ ਪਰਖ ਕਿ ਤੇਰਾ ਸਾਥ ਦਿੰਦਾ ਜਾਂ ਨਹੀਂ ਦਿੰਦਾ। ਹਾਂ, ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਸ਼ੈਤਾਨ ਇੱਥੇ ਤੱਕ ਦੇਖੋ ਨੂੰ ਗੁੰਮਰਾਹੀ 'ਚ ਲੈ ਕੇ ਚੱਲੇ ਨਾ, ਤੇਰੇ ਪੈਰਾਂ ਨੂੰ ਪੱਥਰ ਦੀ ਚੋਟ ਵੀ ਨਹੀਂ ਲੱਗਣੀ। ਇੱਥੇ ਤੱਕ ਕਹਿ ਰਿਹਾ ਤੈਨੂੰ ਸੱਟ ਨਹੀਂ ਲੱਗਣੀ, ਤੈਨੂੰ ਕੁਝ ਨਹੀਂ ਹੋਵੇਗਾ। ਲੇਕਿਨ ਪ੍ਰਭੂ ਨੇ ਕੀ ਕਿਹਾ? ਹਾਂ, ਯੀਸ਼ੂ ਨੇ ਉਸ ਨੂੰ ਆਖਿਆ, ਪ੍ਰਭੂ ਯੀਸ਼ੂ ਨੇ ਉਹਨੂੰ ਆਖਿਆ, ਇਹ ਵੀ ਲਿਖਿਆ ਹੈ, ਇਹ ਵੀ ਲਿਖਿਆ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਵਰਤਿਆ। ਪ੍ਰਭੂ ਆਪਣੇ ਪਰਮੇਸ਼ਵਰ ਨੂੰ ਨਾ ਵਰਤਿਆ। ਜਿੱਥੇ ਤੈਨੂੰ ਖੜਾ ਕੀਤਾ ਉੱਥੇ ਤੂੰ ਖੜਾ, ਜਿਸ ਹਾਲ 'ਚ ਤੈਨੂੰ ਸੱਦਿਆ ਉਸੇ ਹਾਲ 'ਚ ਤੂੰ ਬਣਿਆ। ਹਾਲੇਲੂਇਆ। ਸ਼ੁਕਰਗੁਜ਼ਾਰੀ ਕਰ। ਮੈਂ ਕੱਲ ਬਿਲੀ ਗ੍ਰਾਮ ਨੂੰ ਸੁਣ ਰਿਹਾ ਸੀਗਾ, ਇੰਗਲਿਸ਼ ਬੋਲਦੇ ਨੇ ਤਾਂ ਮੈਂ ਸੁਣ ਰਿਹਾ ਸੀਗਾ। ਕਹਿੰਦੇ ਇੱਕ ਰਾਜੇ ਨੇ ਇੱਕ ਬੰਦੇ ਨੂੰ ਫੜ ਕੇ ਕੂਏ ਵਿੱਚ ਸਿੱਟਤਾ, ਤਾਂ ਕੋਈ ਭਲਾ ਇਨਸਾਨ ਰੱਸੀ ਲਟਕਾਈ ਉਹਨੂੰ। ਉਹਨੇ ਰੱਸੀ ਲਟਕਾਉਣ ਵਾਲੇ ਨੂੰ ਉੱਪਰ ਵਾਲੇ ਨੂੰ ਕਿਹਾ ਧੰਨਵਾਦ ਭਾਈ ਤੇਰਾ ਰੱਸੀ ਲਟਕਾਉਣ ਦੇ ਲਈ, ਤਾਂ ਥੋੜਾ ਜਿਹਾ ਉਪਰਾਲਾ ਹੋਰ ਕਰ ਲਾ, ਰੱਸੀ ਤਕੜੀ ਨਾ ਫੜ ਲਾ। ਹਾਲੇਲੂਇਆ। ਕਿ ਮੈਂ ਬਾਹਰ ਨਿਕਲਿਆ ਹਾਂ ਕਿਦਾਂ ਕਿ ਰੱਸੀ ਲਟਕਾਈ ਤੇਰਾ ਧੰਨਵਾਦ ਹੈ, ਲੇਕਿਨ ਰੱਸੀ ਨੂੰ ਫੜ ਵੀ ਲੈ। ਕੱਲਾ ਲਟਕਾਉਣ ਨਾਲ ਕੁਛ ਨਹੀਂ ਹੋਣਾ, ਕੱਲਾ ਬਾਈਬਲ ਚੱਕਣ ਨਾਲ ਕੁਛ ਨਹੀਂ ਹੋਣਾ। ਅਗਰ ਤਕੜਾਈ ਨਾਲ ਫੜਾਂਗੇ ਤਾਂ ਬਹੁਤ ਕੁਛ ਹੋ ਸਕਦਾ। ਪਰ ਬਹੁਤੀਆਂ ਜਾਨਾਂ ਨਰਕ ਦੀ ਅੱਗ ਚੋਂ ਬਾਹਰ ਨਿਕਲ ਕੇ ਆ ਸਕਦੀਆਂ ਨੇ। ਹਾਲੇਲੂਇਆ। ਬਹੁਤੀਆਂ ਜਾਨਾਂ ਨਰਕ ਦੀ ਅੱਗ ਚੋਂ ਨਿਕਲ ਕੇ ਬਾਹਰ ਆ ਸਕਦੀਆਂ ਨੇ ਅਗਰ ਤੁਸੀਂ ਉਸ ਬੱਚੇ ਨੂੰ ਤਕੜਾਈ ਨਾਲ ਫੜ ਲਿਆ। ਹਾਂ, ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ। ਉੱਚੇ ਤੇ ਵੱਡੇ ਪਹਾੜ ਤੇ। ਤੀਸਰੀ ਗੱਲ ਇੱਥੇ ਵੀ ਬੜਾ ਘਮੰਡ ਦੀ ਗੱਲ ਆ ਗਈ। ਔਰ ਤਿੰਨੇ ਚੀਜ਼ਾਂ ਖੁਦਾਵੰਦ ਯਿਸੂ ਨੇ ਅੱਗੇ ਘਮੰਡ ਦੀਆਂ ਰੱਖੀਆਂ ਨੇ ਔਰ ਖੁਦਾਵੰਦ ਯਿਸੂ ਨੇ ਫਾਈਟ ਕਰੀ ਇਹਦੇ ਨਾਲ, ਲੜਿਆ ਵਚਨ ਚੋਂ। ਹਾਂ, ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ, ਇੱਕ ਇੱਕ ਚੀਜ਼ ਦਿਖਾਈ ਆ। ਰਾਜੇ ਦਿਖਾਏ, ਸੋਨਾ ਦਿਖਾਇਆ, ਹਰ ਇੱਕ ਚੀਜ਼ ਦਿਖਾਈ ਹੋ ਮੇਰੇ ਖੁਦਾਵੰਦ ਯਿਸੂ ਨੇ। ਕੋਈ ਐਸੀ ਚੀਜ਼ ਨਹੀਂ ਹੋਣੀ ਜਿਹੜੀ ਨਾ ਦਿਖਾਈ ਹੋਵੇ ਪ੍ਰਭੂ ਨੂੰ। ਕਹਿੰਦਾ ਸਾਰਾ ਕੁਝ ਜਿਹੜੀਆਂ ਜਗਤ ਦੀਆਂ ਪਾਤਸ਼ਾਹੀਆਂ ਨੇ, ਰਾਜੇ ਨੇ, ਤੇਰੇ ਕਦਮਾਂ 'ਚ ਝੁਕਣਗੇ। ਉਹ ਪਿਲਾਤੂਸ ਤੇਰੇ ਤੇ ਹੱਥ ਕਿਵੇਂ ਪਾ ਲੇਗਾ, ਹੈਰੋਦਿਸ ਤੈਨੂੰ ਕਿਵੇਂ ਗਲਤ ਬੋਲ ਦੇਗਾ, ਤੇਰੇ ਮੂੰਹ ਤੇ ਜਾਜ ਦੇ ਥੱਪੜ ਕਿਵੇਂ ਮਾਰ ਦੇਣਗੇ। ਹਾਲੇਲੂਇਆ। ਤੇ ਇੱਕ ਵਾਰੀ ਮੇਰੀ ਗੱਲ ਤਾਂ ਮੰਨ। ਸ਼ੈਤਾਨ ਕਹ ਰਿਹਾ ਇੱਕ ਗੱਲ ਮੇਰੀ ਗੱਲ ਤਾਂ ਮੰਨ ਕੇ ਦੇਖ ਲਾ। ਹਾਂ, ਅਤੇ ਉਹਨਾਂ ਦਾ ਜਲਾਉ ਨੂੰ ਵਿਖਾਇਆ, ਉਹਨਾਂ ਦਾ ਜਲਵਾ ਦਿਖਾਇਆ, ਉਹਨਾਂ ਨੂੰ ਉਹਨਾਂ ਦੀ ਤਾਕਤ ਦਿਖਾਈ। ਹਾਂ, ਅਤੇ ਉਹਨੂੰ ਕਿਹਾ, ਉਹਨੂੰ ਆਖਿਆ ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ। ਆ ਗਿਆ ਨਾ ਆਪਣੀ ਔਕਾਤ ਤੇ ਪੂਰੀ ਤੇ। ਹਾਲੇਲੂਇਆ। ਆਖਰ ਮੂਮੈਂਟ ਦੇਖ ਲਿਓ ਤੁਸੀਂ, ਜਿਹੜਾ ਪਰਮੇਸ਼ਰ ਦਾ ਕੰਮ ਹੋਊਗਾ ਉਹ ਹਮੇਸ਼ਾ ਜੋ ਕਰਦਾ ਚੰਗਾ ਹੈ ਪ੍ਰਭੂ। ਹਾਲੇਲੂਇਆ। ਜਿਹਦੇ ਅੰਦਰ ਸ਼ੈਤਾਨ ਕਾਰਜ ਕਰ ਰਿਹਾ ਹੋਊਗਾ ਉਹ ਉਸ ਗੱਲ ਤੇ ਉਸੇ ਪੁਆਇੰਟ ਤੇ ਫਸਿਆ ਰਹੂਗਾ। ਬਸ ਆਖਰੀ ਘੁਮਾ ਕੇ ਲਿਆ ਕੇ ਉਸੇ ਪੁਆਇੰਟ ਤੇ ਫਸਣਾ ਉਹਨੇ। ਹੋਰ ਉਹਦੇ ਕੋਲ ਕੁਛ ਮਸਲਾ ਨਹੀਂ। ਉਹ ਆਪਣੇ ਆਪ ਨੂੰ ਕਈ ਵਾਰ ਸਮਝ ਨਹੀਂ ਪਾਉਂਦਾ ਕਿ ਸ਼ੈਤਾਨ ਮੈਨੂੰ ਯੂਜ਼ ਕਰ ਰਿਹਾ ਜਾਂ ਮੈਂ ਪ੍ਰਭੂ ਨਾਲ ਚੱਲ ਰਿਹਾ ਹਾਂ। ਉਹਦੇ ਜੀਵਨ 'ਚ ਇੱਕ ਪੁਆਇੰਟ ਹੋਵੇਗਾ, ਬਸ ਉਸੇ ਪੁਆਇੰਟ ਤੋਂ ਬਾਰ-ਬਾਰ ਫਸ ਜਾਏਗਾ। ਹਾਲੇਲੂਇਆ। ਇੱਥੇ ਲਿਖਿਆ ਕੀ ਲਿਖਿਆ ਬੇਟਾ ਪੜ੍ਹੀਏ।
ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ, ਜੇ ਸਿਰਫ ਝੁਕ ਕੇ ਮੈਨੂੰ ਮੱਥਾ ਟੇਕ ਦੇਵੇਂ, ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਸਾਰਾ ਕੁਝ ਕੀ ਕਰੂੰਗਾ ਮੈਂ ਤੈਨੂੰ ਦੇ ਦਿਆਂਗਾ। ਦੇ ਦਿਆਂਗਾ। ਸ਼ੈਤਾਨ ਬਿਲਕੁਲ ਐਂਡ ਮੂਮੈਂਟ ਤੇ ਆ ਗਿਆ ਜਿਸ ਕੰਮ ਲਈ ਯਿਸੂ ਦੇ ਕੋਲੇ ਆਇਆ ਸੀ। ਔਰ ਖੁਦਾਵੰਦ ਯਿਸੂ ਨੇ ਕੀ ਕਿਹਾ? ਤਦੋਂ ਯਿਸੂ ਨੇ ਉਸ ਨੂੰ ਕਿਹਾ, ਤੁਸੀਂ ਸਾਰੇ ਬੋਲੀਏ ਕੀ ਕਿਹਾ? हे शैतान, हे शैतान चले जा, चले जा। क्यों जो लिखा है, क्यों जो यही लिखा वचन दे विच भाई तू प्रभु अपने परमेश्वर ਨੂੰ ਮੱਥਾ ਟੇਕ, ਆਪਣੇ ਪਿਤਾ ਤੋਂ ਬਗੈਰ ਮੱਥਾ ਨਾ। ਹਾਲੇਲੂਇਆ। ਕਿਸੇ ਨੂੰ ਨਹੀਂ ਦੇਖਣਾ, ਪਾਸਟਰ ਨੂੰ ਨਹੀਂ ਦੇਖਣਾ। ਹਾਲੇਲੂਇਆ। ਨੋਟ ਕਰਿਓ, ਪਤਰਸ ਰਸੂਲ ਜਦੋਂ क्या नाम था जिहदे घर गया, जो नाम भुल गया मैं, पतरस रसूल नूं जदों बुलाया गया, जदों उन्होंने उपरों चादर लटका के दिखाई गई, हननिया दे घर नहीं गया, कुरनेलियस दे घर गया। जदों गया तां लिखिया उत्ते ओहदी पूरी फैमिली ने घराने ने पतरस नूं झुक के मत्था टेकिया। पतरस कहंदा नहीं नहीं, मैं भी तुहाडे वर्गा इंसान हां। हालेलुया। मैं किया तुहाडे वर्गा इंसान। महिमा कीती प्रभु दी, वो लैके आया, खड़ा कीता, मैनू ओदा मैं धन्नवाद करदा, वचनां दा ज्ञान दिता, ओदा धन्नवाद करदा। ये आदर मेरा नहीं है, ये प्रभु दा। हालेलुया। क्योंकि जे असीं मत्था टेकना तां किहदे अगे? परमेश्वर दे अगे। असीं ओनू महिमा देनी आ, इंसान नू महिमा नहीं देनी। इंसान एक पल तेरा हो जाएगा, अगले पल किसी होर दा हो जाएगा। शैतान कदों ਨੂੰ ਗ੍ਰਿਪ ਚ ਰਹੇਗਾ ਪਤਾ ਨਹੀਂ ਲੱਗੇਗਾ। ਵਚਨ ਚ ਸਾਫ਼ ਲਿਖਿਆ ਗੱਲਾਂ। ਹਾਲੇਲੂਇਆ। ਪ੍ਰਭੂ ਕਹਿੰਦਾ ਜਿਹੜੇ ਤੇਰੇ ਨਾਲ ਖੜੇ ਨੇ ਕੱਲ ਨੂੰ ਪਤਾ ਨਹੀਂ ਕਿੱਧਰ ਹੋ ਜਾਣਗੇ। ਹਾਲੇਲੂਇਆ। ਵਚਨ ਸਾਫ਼ ਲਿਖਿਆ, ਪੜੀ ਬੇਟਾ। ਹਾਂ, क्यों जो लिखा है, ਇਹ ਲਿਖਿਆ ਹੈ भाई तू प्रभु अपने परमेश्वर ਨੂੰ ਮੱਥਾ ਟੇਕ, ਸਿਰਫ ਇੱਕ ਨੂੰ ਟੇਕ। ਉਹ ਪ੍ਰਭੂ ਆ, ਉਹ ਸਾਡਾ ਪਰਮੇਸ਼ਵਰ ਆ। ਉਹਦੇ ਅੱਗੇ ਆਪਣੇ ਆਪ ਨੂੰ ਸਿਰ ਨੂੰ ਝੁਕਾਉਣਾ, ਦਿਲ ਨੂੰ ਝੁਕਾਉਣਾ, ਆਪਣੇ ਗੁਨਾਹ ਨੂੰ ਛੱਡਣਾਗਾ। ਹਾਂ, ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਸਿਰਫ ਉਹਦੀ ਇਕੱਲੇ ਦੀ ਉਪਾਸਨਾ ਕਰ, ਬੰਦਿਆਂ ਦੀ ਉਪਾਸਨਾ ਨਾ ਕਰ। ਉਹਦੀ ਉਪਾਸਨਾ ਕਰ ਜਿਹਨੇ ਪੂਰਾ ਕੁਝ ਤਿਆਰ ਕੀਤਾ, ਪੂਰਾ ਕੁਝ ਬਣਾਇਆ ਹੈਗਾ। ਉਹਦੀ ਉਪਾਸਨਾ ਕਰ। ਇਹ ਜਦੋਂ ਹੀ ਪਰਮੇਸ਼ਵਰ ਨੇ ਯਿਸੂ ਮਸੀਹ ਨੇ ਆਪਣੀ ਤਲਵਾਰ ਚਲਾਈ, ਸੁਣੀਏ ਜੀ, ਇਹਦੇ ਹੱਥ 'ਚ ਤਲਵਾਰ ਸੀਗੀ। ਜਿਉਂ ਹੀ ਇਹਨੇ ਇਹ ਤਲਵਾਰ ਚਲਾਈ ਵਚਨ ਦੀ, ਤਾਂ ਕੀ ਹੋਇਆ? ਪੜ੍ਹੀਏ। ਤਦ ਸ਼ੈਤਾਨ ਉਹਨੂੰ ਛੱਡ ਗਿਆ। ਕੀ ਕਰ ਗਿਆ? ਚਲਾਇਆ ਕੀ ਇਹਨੇ? प्रभु ने की चलाया? तलवार चलाई है। जिहड़ी तलवार दी आपां गल करदे हां, आत्मा दी तलवार चलाई है। वचन ने जिहड़े आत्मा दे द्वारा लिखे गए ने, 1600 साल च लिखे गए ने। 40 संतां दे उत्ते परमेश्वर ने अपने प्रकाशन नूं नाज़िल कीता पवित्र आत्मा दे वसीले। ਐਵੇਂ नहीं है। हालेलुया। लिखिया गया वचन नूं तुहाडे ते मेरे लिए और आउण वाले कुलां दे लिए, ताकि प्रभु दे वचन तुहाडे ते मेरे जीवन च बने रहन। हालेलुया। जो ही प्रभु ने ये वचन दी तलवार चलाई, शैतान की हो गया? हार गया और शैतान दौड़ गया। हालेलुया। हम पढ़िए कि थोड़ा जिहा। ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। कदों? वचन च लिखिया कि फरिश्ते आके ओदी की करन लगे? टहल करन लगे। टहल की हुंदे ने? टहल किहनूं कहंदे ने? सेवा करन लगे। अगर तुसी पवित्र वचन दे मुताबिक चलोगे और वचन दी तलवार नूं लैके चलोगे तां फरिश्ते तुहाडे नाल रहणगे मेरे प्रिय भैण भाईओ। हालेलुया। और तुहाडे नाल जंग लड़नगे। हालेलुया। तुहाडे नाल जंग लड़नगे। भजन तक आउंदे रहने आ, यहोवा जंग आप लड़ेगा। क्यों लड़ेगा? हथियार तो तुसीं चुके ही नहीं, प्रार्थना तुसीं नहीं करदे, वरत तुसीं नहीं रखदे, किसी काम दे विच परमेश्वर दे काम नूं वधाउण दे लई अगे नहीं आउंदे तुसीं, ते जंग किवें लड़ेगा? जंग में तुसीं कहो शैतान मैनूं आपे कुटेगा, ऐ भी कहदे करो कदे कदे। हालेलुया। वो कुटेगा भी, वो कुटदा भी है, क्योंकि जेकर वचन दी तलवार तुहाडे जीवन च नहीं आ, शैतान तुहानूं फंडेगा। वचन लिखिया पतरस नूं कहा, कहंदे शैतान ने कुछ समय लिए मैं तो प्रभु कहंदा मंग के ले ले ताकि तैनूं फंडे फटके तैनूं। हालेलुया। क्यों? क्योंकि जिहड़ी तलवार प्रभु ने उन्होंने कहा थी लैण वास्ते, वो लई नहीं, दूजी तलवार लैके बह गया। तदे कहा प्रभु ने उत्थे, कहंदा शैतान ने कुछ समा मंग के ले लिया और तैनूं फट के चंगी तरह। हालेलुया। हालेलुया।
आओ प्रभु के वचन एक नोट देखिए पौलुस रसूल की कहता आत्मा की तलवार बारे थोड़ा जिहा और पढ़िए रोमिया ਉਹਦਾ 8ਵਾਂ ਉਹਦੀ 26 ਅੱਜ ਪੜਾਂਗੇ ਆਪਾਂ 8 ਦੀ 26 ਹਾਂ ਪੜੀ ਜਲਦੀ ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਹਾਇਤਾ ਕਰਦਾ ਹੈ ਇੱਥੇ ਬੜਾ ਜ਼ਬਰਦਸਤ ਵਚਨ ਹੈ ਪ੍ਰਭੂ ਦਾ ਕਹਿੰਦਾ ਆਤਮਾ ਜਿਹੜਾ ਹੈ ਨਾ ਉਹ ਸਾਡੀ ਦੁਰਬਲਤਾਈ ਦੇ ਵਿੱਚ ਦੁਰਬਲਤਾਈ ਕਿਹਨੂੰ ਕਹਿੰਦੇ ਆ ਕਿਹਨੂੰ ਕਹਿੰਦੇ ਆ ਕਮਜ਼ੋਰੀ ਨੂੰ आत्मा ਤੁਹਾਡੀ ਦੁਰਬਲਤਾਈ ਦੇ ਵਿੱਚ ਤੁਹਾਡੀ ਕਮਜ਼ੋਰੀ ਦੇ ਵਿੱਚ ਤੁਹਾਡੀ ਕੀ ਕਰੇਗਾ ਸਹਾਇਤਾ ਕਰੇਗਾ ਕਦੋਂ ਕਰੇਗਾ ਅਗਰ ਤੁਸੀਂ ਆਤਮਾ ਨੂੰ ਆਪਣਾ ਦੋਸਤ ਬਣਾਉਂਦੇ ਹੋ ਅਗਰ ਉਹਦੇ ਨਾਲ ਕੁਝ ਸਮਾਂ ਗੁਜ਼ਾਰਦੇ ਹੋ ਜੈਸੀ ਸੰਗਤ ਵੈਸੀ ਰੰਗਤ ਜਿਹੇ ਜਿਹੇ ਲੋਕਾਂ 'ਚ ਤੁਸੀਂ ਜਾਓਗੇ ਇਹ ਜਿਹਾ ਤੁਹਾਡਾ ਨਕਸ਼ੇ ਕਦੋਂ ਬਣੇਗਾ ਜੇ ਤੁਸੀਂ 50 ਕਿਲੋ ਦੀਆਂ ਗਾਲਾਂ ਕੱਢਣ ਵਾਲੇ ਲੋਕਾਂ ਦੀ ਸੰਗਤੀ ਕਰਦੇ ਹੋ ਤੁਹਾਡੇ ਜੀਵਨ 'ਚ ਕੀ ਰਹੂਗਾ ਪ੍ਰਭੂ ਨਾਲ ਸੰਗਤੀ ਰਹੇਗੀ प्रभु की कहता मेरे लोगों च बैठ मेरे लोगों ਨਾਲ ਸੰਗਤੀ कर हालेलुया जब तू प्रभु ਦੇ ਲੋਕਾਂ ਨਾਲ ਸੰਗਤੀ करेगा ਤਾਂ प्रभु ਦੇ ਵਿੱਚ ਬਣਿਆ ਰਹੇਗਾ हालेलुया हालेलुया अपनी बेटा पढ़ी करती चली हुई क्यों जो किस वस्तु ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ हालेलुया फिर पढ़ दी बेटा दोबारा 26 पूरा पढ़िए हां इस तरह आत्मा दी साडी दुर्बलताई विच साडी सहायता करदा है ਜਦੋਂ ਤੁਸੀਂ ਕਮਜ਼ੋਰ ਹੋਵੋਗੇ ਪਵਿੱਤਰ ਆਤਮਾ ਤੁਹਾਡੀ ਸਹਾਇਤਾ ਕਰੇਗਾ ਤੁਹਾਡੀ ਕਮਜ਼ੋਰੀ ਦੇ ਵਿੱਚ ਔਰ ਕਦੋਂ ਜਦੋਂ ਖੁਦਾਵੰਦ ਯਿਸੂ ਮਸੀਹ ਸਰੀਰ 'ਚ ਕਮਜ਼ੋਰ ਹੋਇਆ ਉਹਨੂੰ ਭੁੱਖ ਲੱਗੀ ਤਾਂ ਪਵਿੱਤਰ ਆਤਮਾ ਨੇ ਉਹਦੀ ਕੀ ਕੀਤੀ ਸਹਾਇਤਾ ਕਰੀ ਹਾਂ क्यों जो किस वस्तु ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਹੜੇ ਕੰਮ ਲਈ ਕਿਹੜੀ ਬਹੁਤ ਪਰਸਨਲ ਜ਼ਰੂਰਤ ਆ ਉਹਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਆ ਪਵਿੱਤਰ ਆਤਮਾ ਆਪ ਤੁਹਾਡੇ ਅੰਦਰ ਹੋ ਕੇ ਕੰਮ ਕਰੇਗਾ ਹਾਂ ਅਸੀਂ ਨਹੀਂ ਜਾਣਦੇ ਅਸੀਂ ਨਹੀਂ ਜਾਣਾਂਗੇ ਸਾਨੂੰ ਨਹੀਂ ਪਤਾ ਹੋਗਾ ਆਉਣ ਵਾਲੇ ਪਲ ਸਾਡੇ ਨਾਲ ਕੀ ਹੋਣ ਵਾਲਾਗਾ ਲੇਕਿਨ ਜਦੋਂ ਹੀ ਤੁਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਿਉਂ ਹੀ ਤੁਸੀਂ ਪ੍ਰਾਰਥਨਾ ਜਾਓਗੇ ਪਵਿੱਤਰ ਆਤਮਾ ਤੁਹਾਡੇ ਅੰਦਰ ਕੰਮ ਕਰੇਗਾ ਔਰ ਤੁਸੀਂ ਆਉਣ ਵਾਲੇ ਪਲ ਤੁਹਾਡੇ ਨਾਲ ਕੀ ਹੋਣ ਵਾਲਾ ਉਹਦੇ ਲਈ ਵੀ ਪ੍ਰਾਰਥਨਾ ਕਰ ਲਓਗੇ ਹਾਲੇਲੂਇਆ ਹਾਲੇਲੂਇਆ ਪਵਿੱਤਰ ਆਤਮਾ ਆਪਣੇ ਆਪ ਕਰੇਗਾ ਹਾਂ ਪਰ ਆਤਮਾ ਆਪ ਅਕਥ ਹੋ ਕੇ ਭਰ ਕੇ ਆਤਮਾ ਆਪ ਅਕਥ ਬਹੁਤ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰੇਗਾ ਸਾਡੇ ਲਈ ਕੀ ਕਰੇਗਾ ਸਿਫਾਰਿਸ਼ ਕਰੇਗਾ ਸਿਫਾਰਿਸ਼ ਕਿਹਦੇ ਲਈ ਹੁੰਦੀ ਹੈ ਜਿਹੜਾ ਕੋਈ ਖਾਸ ਹੋਵੇ ਹਾਲੇਲੂਇਆ ਪਰ ਸਭ ਗੱਲ ਸਹੀ ਹੈ हर बंदे की सिफारिशता नहीं होंगी सिफारिश की होंगी है कहो मैं खास हाँ हालेलुया और मैं खास हाँ प्रभु का खाली कह के नहीं तसल्ली मिलनी बनना हालेलुया कह के कोई तसल्ली बनना आया मैं खास हाँ और मेरे लिए पवित्र आत्मा आप होके पर के दुआ कर रहा हालेलुया एक मान लो पड़ी बेटा दूजा ग्रंथिया ਉਹਦਾ 5 ਬਾਪ ਉਹਦੀ 20 ਐਤ ਪੜੀ ਅਸੀਂ ਮਸੀਹ ਦੇ ਐਲਚੀ ਹਾਂ ਬਹੁਤ ਲੋਕ ਨੇ ਜਿਹੜੇ ਪ੍ਰਾਰਥਨਾ ਕਰਦੇ ਨੇ ਕੁਝ ਸਮਾਂ ਕਰਦੇ ਨੇ ਅੱਛਾ ਕਿੰਨਿਆਂ ਨੂੰ ਪਤਾ ਮੇਰਾ ਨਾਮ ਕੀ ਹੈ ਅੱਛਾ ਸਾਰਿਆਂ ਨੂੰ ਪਤਾ ਹਾਲੇਲੂਇਆ ਜਿਹੜੇ ਆਨਲਾਈਨ ਸੁਣਦੇ ਨੇ ਉਹ ਮੇਰਾ ਨਾਮ ਤੁਸੀਂ YouTube ਤੋਂ ਦੇਖ ਸਕਦੇ ਹੋ ਹਾਲੇਲੂਇਆ ਸੁਣਿਓ ਬੜਾ ਬਚਨ ਪਿਆਰਾ ਹੈਗਾ और पास्टर जी का कितने नाम लोग नाम जानते हैं सारी जानते हैं पर मैं भी दस दमा पास्टर कुलदीप जी हाँ हालेलुया मैं क्यों दसन लगे इस वचन को ध्यान सुने कितने लोग ने जो अपने लिए प्रार्थना करते हैं हाथ खड़ा करो कितने लोग ने जिहड़े अपने बच्चों लिए प्रार्थना करते हैं कितने लोग ने एक बच्चा मैं बुलाना चाहना हो रही इधर चले गए हो गया बच्चा अनोख कितने इन उरे भेजो ताकि उसका नाम आया भेजो भेजो जल्दी जल्दी उठ के जल्दी जल्दी कैमरा ना छड़ दी सुनिए ध्यान नाल अच्छा कितने लोग ने जिहड़े बच्चे की दुआ करते हैं देखिए तारे मुरे देखो हुण प्रभु जानदा थोड़ा हाथ जेड़े रखे कितने लोग ने जेड़े इहदे लई दुआ करदे ने आमीन जेड़े नहीं करदे वो भी करना हुण क्यों कह रहा मैं जरा जरा
ਜਾਓ ਬੇਟਾ, ਗॉड ਬlesਸ ਯੂ। ਹੁਣ ਤੁਸੀਂ ਧਿਆਨ ਨਾਲ ਸੁਣੋ ਮੇਰੀ ਗੱਲ ਨੂੰ। ਇੱਥੇ ਵਚਨ ਕੀ ਕਹਿ ਰਿਹਾ? ਆਪਣੇ ਲਈ ਤਾਂ ਹਰੇਕ ਹੀ ਰੋਟੀ ਤਿਆਰ ਕਰਦਾ ਕਿ ਸਾਡੇ ਬੱਚੇ ਰੱਜ ਜਾਣ। ਮੁਬਾਰਕ ਉਹਨੇ ਜਿਹੜਾ ਕਿਸੇ ਨੂੰ ਦੇਖਦੇ ਨੇ। ਹਾਲੇਲੂਇਆ, ਹਾਲੇਲੂਇਆ। ਪੜ੍ਹੀ ਬੇਟਾ। ਅਸੀਂ ਮਸੀਹ ਦੇ ਏਲਚੀ ਹਾਂ। ਅਸੀਂ ਪ੍ਰਭੂ ਦੇ ਬੜੇ ਏਲਚੀ ਹਾਂ। ਪਰ ਇਹ ਜਾਣੋ, ਇਹ ਜਾਣ ਲਓ, ਅਸੀਂ ਬੜੇ ਏਲਚੀ ਹਾਂ। ਹਰ ਪਲ ਲੱਗੇ ਰਹਿਣੇ ਆ ਪ੍ਰਭੂ ਦੇ ਵਚਨ ਦੇ ਵਿੱਚ ਵੀ ਕੁਝ ਹੋਰ ਮਿਲ ਜੇ ਸਿੱਖਣ ਨੂੰ, ਕੁਝ ਹੋਰ ਮਿਲ ਜੇ ਸਿੱਖਣ ਨੂੰ। ਹਾਂ, ਭਈ ਜਾਣੋ ਪਰਮੇਸ਼ਰ ਸਾਡੇ ਰਾਹੀਂ ਮਿਹਨਤ ਕਰਦਾ ਹੈ। ਸਾਡੇ ਰਾਹੀਂ ਮਿਹਨਤ ਕਰ ਰਿਹਾ ਹੁਣ ਤੁਹਾਡੀ। ਹਾਲੇਲੂਇਆ। ਪ੍ਰਭੂ ਦੇ ਦਾਸਾਂ ਦੁਆਰਾ ਥੋੜੀ ਰੋਜ਼ ਮਿਹਨਤ ਕਰਦਾ, ਹਰ ਹਫ਼ਤੇ ਮਿਹਨਤ ਕਰਦਾ। ਹਾਂ, ਜੋ ਅਸੀਂ ਮਸੀਹ ਵੱਲੋਂ ਬੇਨਤੀ ਕਰਦੇ ਹਾਂ, ਅਸੀਂ ਯਿਸੂ ਦੇ ਵੱਲੋਂ ਬੇਨਤੀ ਕਰਦੇ ਹਾਂ, ਜੋ ਤੁਸੀਂ ਪਰਮੇਸ਼ਰ ਨਾਲ ਮੇਲ ਮਿਲਾਪ ਕਰ ਲਓ। ਕਿਹਦੇ ਨਾਲ? ਪਰਮੇਸ਼ਰ ਦੇ ਨਾਲ ਮੇਲ ਮਿਲਾਪ ਕਰ ਲਓ। ਪ੍ਰਭੂ ਕਿਉਂ ਬਾਰ-ਬਾਰ ਕਹਿ ਰਿਹਾ ਹੈ ਕਿ ਤੁਸੀਂ ਉਹਦੇ ਨਾਲ ਮੇਲ ਮਿਲਾਪ ਕਰ ਲਓ? ਇਹਦਾ ਮਤਲਬ ਇਹ ਹੈ ਮੇਰੇ ਪ੍ਰਿय ਭੈਣ ਭਾਈਓ, ਅਜੇ ਤੱਕ ਸਾਡਾ ਉਹਦੇ ਨਾਲ ਮੇਲ ਮਿਲਾਪ ਹੀ ਨਹੀਂ ਹੋਇਆ। ਹਾਲੇਲੂਇਆ। ਜਦੋਂ ਸਾਡਾ ਉਹਦੇ ਨਾਲ ਪੱਕਾ ਮੇਲ ਮਿਲਾਪ ਹੋਏਗਾ ਤਾਂ ਮੈਨੂੰ ਲੱਗਦਾ ਮੇਰਾ ਈਮਾਨ ਆ, ਮੁੜ ਕੇ ਕਲਾਮ ਇਹ ਆਏਗਾ ਨਹੀਂ। ਹਾਲੇਲੂਇਆ। ਇੱਕ ਵਾਰ ਹੋਰ ਪੜ੍ਹੀ ਬੋਲ। ਪਹਿਲਾ ਕੁਰਿੰਥੀਆਂ 14 ਬਾਬ ਉਹਦੀ 26 ਅਧ ਪੜ੍ਹੀ। ਪਹਿਲਾ ਕੁਰਿੰਥੀਆਂ 14 ਬਾਬ ਉਹਦੀ 26 ਅਧ ਜਲਦੀ ਜਲਦੀ ਪੜ੍ਹੋ। ਸੋ ਭਰਾਵੋ, ਇਹ ਭਰਾਵੋ, ਗੱਲ ਕੀ ਹੈ? ਗੱਲ ਕੀ ਆ? ਜਦ ਤੁਸੀਂ ਇਕੱਠੇ ਹੁੰਦੇ ਹੋ, ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਸੁਣੋ ਧਿਆਨ ਨਾਲ, ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਕਦੋਂ ਹੁੰਦੇ ਹੋ ਇਕੱਠੇ? ਚਾਹੇ ਸੰਡੇ ਨੂੰ ਹੁੰਦੇ ਹੋ, ਚਾਹੇ ਫਰਾਈਡੇ ਨੂੰ ਹੁੰਦੇ ਹੋ, ਚਾਹੇ ਵੀਰਵਾਰ ਨੂੰ ਹੁੰਦੇ ਹੋ, ਚਾਹੇ ਸ਼ਾਮ ਨੂੰ ਕਿਸੇ ਦੇ ਘਰ ਇਕੱਠੇ ਹੁੰਦੇ ਹੋ, ਜਦੋਂ ਹੀ ਤੁਸੀਂ ਇਕੱਠੇ ਹੁੰਦੇ ਹੋ ਤਾਂ ਕਿਸੇ ਦੇ ਕੋਲ ਭਜਨ, ਕਿਸੇ ਕੋਲੇ ਕੀ ਹੋਵੇ? ਕੀ ਹੋਵੇ ਜੀ? ਭਜਨ। ਕੋਈ ਭਜਨ ਗਾਵੇ, ਕਿਸੇ ਦੇ ਕੋਲ ਸਿੱਖਿਆ, ਕਿਸੇ ਕੋਲੇ ਸਿੱਖਿਆ ਹੋਵੇ, ਵਚਨ ਸੁਣਾਵੇ, ਕਿਸੇ ਦੇ ਕੋਲ ਅਗੰਮ ਗਿਆਨ, ਕਿਸੇ ਕੋਲੇ ਗੰਭ ਗਿਆਨ ਹੋਵੇ, ਆਪਣੇ ਆਉਣ ਵਾਲੇ ਗੱਲਾਂ ਨੂੰ ਦੱਸੇ, ਕਿਸੇ ਦੇ ਕੋਲ ਪਰਾਈ ਭਾਖਿਆ, ਕਿਸੇ ਕੋਲੇ ਪਰਾਈ ਭਾਖਿਆ ਹੋਵੇ, ਕਿਸੇ ਦੇ ਕੋਲ ਅਰਥ ਹੈ, ਕਿਸੇ ਕੋਲੇ ਅਰਥ ਕਰੇ ਕੋਈ। ਸਭ ਕੁਝ ਲਾਭ ਦੇ ਲਈ ਹੋਣਾ ਚਾਹੀਦਾ ਹੈ। ਸਾਰਾ ਕੁਝ ਕੀ ਹੋਣਾ ਚਾਹੀਦਾ? 5 ਮਿੰਟ ਪ੍ਰਾਰਥਨਾ ਤੋਂ ਬਾਅਦ ਬਾਕੀ ਕਸਮਾਨ ਪਾਉਣਾ ਬੰਦ ਕਰੀਏ। ਹਾਲੇਲੂਇਆ। ਸਾਰਾ ਕੁਝ ਲਾਭ ਦੇ ਲਈ ਹੋਣਾ ਚਾਹੀਦਾ। ਇਹ ਆਤਮਾ ਦੀ ਤਲਵਾਰ ਕਾਦੇ ਵਾਸਤੇ ਆ? ਲਾਭ ਵਾਸਤੇ ਆ। ਇਹ ਲਾਭ ਵਾਸਤੇ ਆ। ਜਦੋਂ ਆਤਮਾ ਦੀ ਤਲਵਾਰ ਤੁਹਾਡੇ ਜੀਵਨ 'ਚ ਕਾਰਜ ਕਰੇਗੀ, ਸ਼ੈਤਾਨ ਖੜੇਗਾ ਨਹੀਂ। ਜਦੋਂ ਤੁਸੀਂ ਆਪਣੇ ਮੂੰਹ ਦੇ ਵਿੱਚੋਂ ਗਾਲੀ ਗਲੋਚੀ ਕੱਢੋਗੇ ਨਹੀਂ, ਸ਼ੈਤਾਨ ਆਪਣੇ ਆਪ ਸ਼ਰਮਿੰਦਾ ਹੋ ਜਾਏਗਾ। ਹਾਲੇਲੂਇਆ। ਇੱਕ ਹੋਰ ਬਾਲਾ ਬੜੀ ਬੇਟਾ, ਇਬਰਾਨੀਆਂ 4 ਦੀ 12। ਇਬਰਾਨੀਆਂ 4 ਬਾਪ ਦੀ 12 ਪੜ੍ਹੀ ਜਾਂਦੀ। ਕਿਉਂ ਜੋ ਪਰਮੇਸ਼ਵਰ ਦਾ ਵਚਨ ਜਿਉਂਦਾ, ਪਰਮੇਸ਼ਵਰ ਦਾ ਵਚਨ ਹੈ ਜਿਹੜਾ ਜਿਉਂਦਾ ਆ ਅਤੇ ਗੁਣਕਾਰ, ਇਹ ਗੁਣਕਾਰੀ ਆ। ਅਤੇ ਹਰੇਕ ਦੋ ਹਰ ਬੰਦਾ ਪੁੱਛਦਾਗਾ ਵੀ ਮੈਨੂੰ ਕੋਈ ਚੀਜ਼ ਅੱਛੀ ਦੀ ਜਿਹੜੀ ਮੇਰੀ ਸਿਹਤ ਲਈ ਗੁਣਕਾਰੀ ਹੋਵੇ। ਇਹ ਰੂਹ ਦੇ ਲਈ ਆ। ਹਾਲੇਲੂਇਆ। ਇਹ ਰੂਹ ਨੂੰ ਵੀ ਚੰਗਿਆ ਕਰਦਾ ਤੇ ਸਰੀਰ ਨੂੰ ਵੀ ਚੰਗਿਆ ਕਰਦਾ ਗਾ ਪਰਮੇਸ਼ਰ ਦਾ ਵਚਨ। ਵਚਨ ਦੱਸਦਾ, ਪਰਮੇਸ਼ਰ ਕਹਿੰਦਾ ਮੈਂ ਆਪਣਾ ਵਚਨ ਘੱਲ ਕੇ ਰੋਗੀਆਂ ਨੂੰ ਚੰਗੇ ਕਰਦਾ। ਵਚਨ ਘੱਲਦਾ ਪਰਮੇਸ਼ਰ। ਜਿਉਂ ਹੀ ਤੁਸੀਂ ਮੂੰਹ ਚੋਂ ਵਚਨ ਬੋਲਦੇ ਹੋ ਕਿਸੇ ਬਿਮਾਰੀ ਦੇ ਲਈ, ਉਸੇ ਘੜੀ ਕਾਰਜ ਹੋ ਜਾਂਦਾ। ਹਾਲੇਲੂਇਆ। ਹਾਂ। ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ। ਇਹ ਵਚਨ ਜਿਹੜਾ ਦੋ ਧਾਰੀ ਤਲਵਾਰ ਨਾਲੋਂ ਤਿੱਖਾਗਾ। ਤੁਸੀਂ ਡਰੋ ਨਾ। ਤੁਸੀਂ ਕੀ ਕਰੋਗੇ? ਤੁਸੀਂ ਡਰੋ ਨਾ। ਸ਼ੈਤਾਨ ਤੁਹਾਡੇ ਨਾਲ ਕੀ ਗੱਲ ਕਰੇਗਾ? ਖੁਦਾਵੰਦ ਯਿਸੂ ਦਾ ਵਚਨ ਕਹਿੰਦਾ ਇਹ ਦੋ ਧਾਰੀ ਤਲਵਾਰ ਨਾਲੋਂ ਵੀ ਤਿੱਖਾਗਾ। ਉਸੇ ਘੜੀ ਪਵਿੱਤਰ ਆਤਮਾ ਤੁਹਾਨੂੰ ਦੱਸ ਦੇਗਾ ਵੀ ਗੱਲ ਕੀ ਕਰਨੀ ਹੈ। ਲੇਕਿਨ ਤੁਸੀਂ ਪੜ੍ਹੇ ਤਾਂ ਹੋਣੇ ਚਾਹੀਦੇ ਹੋ, ਵਚਨ ਨੂੰ ਪੜ੍ਹਨਾ ਤਾਂ ਚਾਹੀਦਾ। ਹਾਂ। ਅਤੇ ਜੀਵ, ਹਾਂ, ਅਤੇ ਆਤਮਾ ਨੂੰ, ਹਰ ਬੰਦ ਜੀਵ, ਆਤਮਾ ਤੇ ਬੰਦ ਨੂੰ, ਅਤੇ ਗੁੱਦੇ ਨੂੰ, ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ ਸੁੱਟਦਾ ਹੈ। ਅੱਡੋ ਅੱਡ ਕਰਕੇ ਬਿੰਦ ਸੁੱਟਦਾ ਵਾ। ਹਾਲੇਲੂਇਆ। ਹਾਲੇਲੂਇਆ। ਇਹ ਬਿੰਦ ਸੁੱਟਦਾ ਵਾ। ਅਤੇ ਮਨ ਦੀਆਂ ਵਿਚਾਰਾਂ, ਮਨ ਦੇ ਵਿਚਾਰ ਅਤੇ ਧਾਰਨਾ ਨੂੰ ਜਾਂਚ ਲੈਂਦਾ ਹੈ। ਇਹ ਧਾਰਨਾ ਤੁਹਾਡੇ ਮਨਾਂ ਦੇ ਵਿਚਾਰ ਕਿਵੇਂ, ਧਾਰਨਾ ਕਿਵੇਂ ਜਾਂਚ ਲੈਂਦਾ? ਇਹ ਵਚਨ ਹੀ ਜਾਂਚਦਾ। ਤੁਹਾਡੇ ਨਾਲ ਕਿਸੇ ਨੇ ਗੱਲ ਕਰੀ, ਕੋਈ ਖੁਆਬ ਦੀ ਗੱਲ ਕਰੀ, ਅਗਰ ਖੁਆਬ ਤੁਹਾਡੇ ਅੰਦਰ ਪਰਮੇਸ਼ਰ ਨੇ ਖੋਲਣ ਦੀ ਸਾਮਰਥ ਰੱਖੀ ਆ, ਉਸ ਖੁਆਬ ਨੂੰ ਤੁਸੀਂ ਵਚਨ ਚ ਜਾ ਕੇ ਖੋਲੋ ਕਿ ਵਚਨ ਕੀ ਕਹਿੰਦਾ ਇਸ ਬਾਰੇ। ਹਾਲੇਲੂਇਆ। ਤੇ ਤੁਸੀਂ ਖੋਲ ਦੋਗੇ ਇਸ ਗੱਲ ਨੂੰ। ਖੋਲੋਗੇ ਤਾਂ ਜੇ ਵਚਨ ਪੜਿਆ ਹੋਊਗਾ। ਕੱਲ ਕਿੰਨੇ ਲੋਕਾਂ ਨੇ 1 ਘੰਟਾ ਵਚਨ ਪੜਿਆ?
मतलब मैं हुण हस्सां जां रोवां? हालेलुया। मैं कल 6 घंटे वचन पढ़िया। हालेलुया। क्यों पढ़िया? क्योंकि मैंने आज जंग लड़नी है। तलवार नूं चकना सीखिए मेरे प्रिय भैन भाई, तुहाडे लई आ, तुहाडे लई आ। अगर एक बुक टाइप कराउणी होवे 15-20 हज़ार रुपये लगता है कि आपां नूं किन्ने दी कॉस्ट करी है? कईयां नूं तां प्रभु ने फ्री दित्ती आ। जिन्हां नूं फ्री दित्ती है उन्होंने कदे बाइबल चक के कपड़ा नहीं मारिया, और जिन्हां ने थोड़े जिहे पैसे खर्च के लई आ तां उन्हां सोच के देखो भी उन्ने दा मुल है दा जिन्ने दी लई आ। बलदेव जी गल सही कह रहे हैं। मैं वचन लिखदा, वचन लिखिया साम ये जिहड़ा वचन है वो हीरे सोना मोहरा सब चीज़ों नालों कीमती है, लेकिन फिर भी किसी ने मेहनत करके तुहाडे तक पहुँचाई है। तुसीं इस वचन को पढ़ो ताकि शैतान नाल जंग लड़ सको। हालेलुया। जिन्हां नूं नहीं पढ़ना आउंदा, जिहड़े अनपढ़ ने वो मेरे कोले आ जाओ, मैं उन्हां नूं चिप दे दांगा अपने फोन च पा के, सुन सकते प्रभु के वचनों। हालेलुया। बच्चे हैंगे ने तुहाडे घर जिन्होंने पढ़ा रहे हो, उन्होंने बिठाओ घंटा भी घंटा मैनूं वचन सुनाउणा है। तेरे तो मैनूं पैसा नहीं चाहिए, 1 घंटा तू मैनूं वचन सुनाउणा बस, अज एक वचन, ताकि मैं प्रभु के वचन होर गहराई ना समझ सका। हालेलुया। एक होर बड़ी बड़ा कुलसियां 1:25 पढ़ी। मैं उस कलीसिया दा सेवक होया, हाँ, उस मुख्तियारी मुजब हाँ, जो मैनू परमेश्वर दी वल्लों तुहाडे लई दित्ती हुई है, भई मैं परमेश्वर दे वचन दी पूरी कथा करा। हालेलुया। अगर यसु प्रेम है चर्च दे लिए मैं धन्नवाद करदा। जो प्रभु ने इसका चर्च का नाम दिता मैनू, मैं एकदम बयान किया कि चर्च का नाम होएगा यीशु प्रेम है। हालेलुया। और प्रभु ने मैनू इस कलीसिया वास्ते पत्रस रसूल ते भी ये गल, मैं पालूस रसूल भी ये गल कर रहा, कलीसिया वास्ते नियुक्त किया गया कि मैं तुहानू हर टाइम कुछ ना कुछ वंडदा रहा, कुछ ना कुछ वंडदा रहा। हालेलुया। और तुहाडा की काम आ? कम से कम मेरे लिए प्रार्थना तो करते रहो। हालेलुया। और मैं तुहानू दसना चाहना एक बड़ी गल, जदों तुसीं किसी की गुप्त प्रार्थना करते हो, मेरे महल्ले चो कितने लोग ने हाथ खड़ा करिए जिहड़े मेरे महल्ले च। सुनिए, जस्सी चले गए ऊपर गया। सुनिए भैन, मैं 3 दिन पहला प्रार्थना कर रहा सी रात को, मैक्सीमम प्रभु के नाल मेरी संगति हुई 11:30 पौने 12 का टाइम सीगा रात का। पर मैं प्रार्थना करता करता पिंड की पहली बाउंड्री पहले घर से पहुंचे, नाम लैके प्रार्थना शुरू की थी। मैं पूरा पिंड घूमे। हालेलुया। बैठा कितने मैं आपके रूम च, और मैं प्रार्थना कर रहा उन्होंने लोगों के लिए जिहड़े मसीह नूं बुरा भी कहते हैं, मसीह नूं चंगा नहीं समझते, मसीह के लोगों नूं चंगा नहीं समझते। एक एक जीवन के लिए नाम लैके मैं प्रार्थना शुरू की थी। हालेलुया। तुसीं अपने महल्ले के लोगों के नाम जानते हो, तुहाडे पिंड के लोगों के नाम जानते हो, तो क्यों ना असीं प्रार्थना करिए, गुप्त तरीके नाल प्रार्थना करो ताकि परमेश्वर उन्होंने आने वाली तबाही तो बचा दे। हालेलुया। जिहड़े मसीही ने उन्होंने लिए प्रार्थना करो, नाम लैके प्रार्थना करो, उहदे बच्चों लिए नाम लैके प्रार्थना करो, अपनी कलीसिया के एक एक सदस्य लिए प्रार्थना करो, पास्टरां दे लिए प्रार्थना करो, ताकि आने वाले दिनों के विच हालेलुया जिहड़ी तुहाडी प्रार्थना आ वो उन्होंने खड़ा करेगी शैतान नाल लड़न दे लई। हालेलुया। जो गुप्त तरीके नाल प्रार्थना होंदी है, जो गुप्त तरीके नाल प्रार्थना होंदी है, फिर वो खड़ा करेगी। पढ़ी बेटा, पहला पत्रस 1:25 लास्ट पढ़ाएंगे बस। हाँ, पहला पत्रस 1:25 है, जल्दी जल्दी पढ़िए। ਅਤੇ ਉਹ ਵਚਨ ਹੈ, ਇਹ ਉਹ ਵਚਨ ਹੈ ਜਿਹਦੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ। ਜਿਹੜੀ ਖੁਸ਼ਖਬਰੀ ਤੁਹਾਨੂੰ ਸੁਣਾਈ ਗਈ ਸੀ। ਪ੍ਰਭੂ ਨੇ ਕਿਹਾ ਤੌਬਾ ਕਰੋ, ਮੁੜੋ ਤਾकि ਤੁਹਾਡੇ ਪਾਪ
ਮਟਾਏ ਜਾਣ ਔਰ ਸਵਰਗ ਦਾ ਰਾਜ ਨੇੜੇ ਆਇਆ। ਹਾਲੇਲੂਇਆ। ਇਹ ਜਿਹੜਾ ਵਚਨ ਹੈ ਇਹ ਆਤਮਾ ਦੀ ਜਿਹੜੀ ਤਲਵਾਰ ਹੈ ਮੇਰੇ ਪਿਆਰੇ ਭੈਣ ਭਾਈਓ, ਸਿਰਫ ਇਸ ਕੰਮ ਵਾਸਤੇ ਹੀ ਆ। ਅਗਰ ਖੁਦਾਵੰਦ ਯਿਸੂ ਆਤਮਾ ਦੀ ਤਲਵਾਰ ਚਲਾ ਕੇ ਸ਼ੈਤਾਨ ਨੂੰ ਹਰਾ ਸਕਦਾ, ਤੁਸੀਂ ਤੇ ਮੈਂ ਵੀ ਹਰਾ ਸਕਦੇ ਹਾਂ। ਹਾਲੇਲੂਇਆ, ਹਾਲੇਲੂਇਆ। ਤੁਹਾਡੀ ਕੋਈ ਮੁਸੀਬਤ ਆਈ, ਤੁਹਾਡੇ ਤੇ ਕੋਈ ਪ੍ਰੋਬਲਮ ਆਈ, ਤਾਂ ਉਸੇ ਘੜੀ ਤੁਸੀਂ ਪ੍ਰੋਬਲਮ ਨੂੰ ਨਾ ਦੇਖੋ, ਪ੍ਰਭੂ ਦੇ ਵਚਨ ਨੂੰ ਦੇਖੋ ਔਰ ਉਹਦੇ ਲਈ ਵਚਨ ਬੋਲੋ। ਪ੍ਰਭੂ ਤੇਰੇ ਵਚਨ 'ਚ ਲਿਖਿਆ ਸ਼ੇਰਾਂ ਦੇ ਬੱਚੇ ਭੁੱਖੇ ਰਹਿ ਜਾਣਗੇ ਪਰ ਤੇਰੇ ਤਾਲਬ ਕਦੇ ਭੁੱਖੇ ਨਹੀਂ ਰਹਿਣਗੇ। ਹਾਲੇਲੂਇਆ, ਹਾਲੇਲੂਇਆ। ਤੇਰੇ ਵਚਨ 'ਚ ਲਿਖਿਆ ਪ੍ਰਭੂ ਜ਼ਮੀਨ ਔਰ ਅਸਮਾਨ ਟਲ ਜਾਣਗੇ ਪਰ ਤੇਰੇ ਮੂੰਹ ਦੇ ਵਚਨ ਕਦੇ ਨਹੀਂ ਟਲਣਗੇ। ਇਹ ਕਦੋਂ ਬੋਲੋਗੇ? ਜਦੋਂ ਤਲਵਾਰ ਤੁਹਾਡੇ ਹੱਥ 'ਚ ਹੋਏ ਔਰ ਤੁਹਾਡੇ ਜੀਵਨ 'ਚ ਹੋਏ। ਖੁਦਾਵੰਦ ਤੁਹਾਨੂੰ ਬਰਕਤ ਦੇ ਆਸ਼ੀਸ਼ ਦੇਵੇ। ਆਓ ਅਸੀਂ ਸਾਰੇ ਅੱਖਾਂ ਨੂੰ ਬੰਦ ਕਰੀਏ ਔਰ ਛੋਟੀ ਪ੍ਰਾਰਥਨਾ ਕਰਾਂਗੇ। ਜਿੰਨੇ ਲੋਕਾਂ ਨੇ ਅੱਜ ਦਾ ਵਚਨ ਸੁਣਿਆ, ਪਿਆਰੇ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦਾ। ਸਾਰਾ ਆਦਰ ਮਹਿਮਾ ਜਲਾਲ ਤੁਹਾਨੂੰ ਦੇਣਾ ਪਿਤਾ। ਮੈਂ ਦੁਆ ਕਰਦਾ ਜਿਨੇ ਆਨਲਾਈਨ ਪ੍ਰਭੂ ਇਸ ਵਚਨ ਨੂੰ ਸੁਣ ਰਹੇ ਨੇ, ਜਿਨੇ ਲੋਕ ਪ੍ਰਭੂ ਫਿਜ਼ੀਕਲ ਇਸ ਵਚਨ ਨੂੰ ਸੁਣ ਰਹੇ ਨੇ ਚਰਚ ਬੈਠ ਕੇ, ਪ੍ਰਭੂ ਇੱਕ ਜੀਵਨ ਦੇ ਲਈ ਮੈਂ ਤੇਰੀ ਆਤਮਾ ਦੀ ਤਲਵਾਰ ਨੂੰ ਮੰਗਦਾ ਹਾਂ। ਉਹ ਆਤਮਾ ਦੀ ਤਲਵਾਰ ਪ੍ਰਭੂ ਯਿਸੂ ਜੋ ਤੂੰ ਚਲਾਈ ਅਤੇ ਸ਼ੈਤਾਨ ਨੂੰ ਹਰਾ ਦਿੱਤਾ। ਸਾਨੂੰ ਇਹਨਾਂ ਵਚਨਾਂ ਦਾ ਗਿਆਨ ਦਿਓ ਪ੍ਰਭੂ। ਵਚਨ ਸਾਡੇ ਜੀਵਨ ਦੇ ਵਿੱਚ ਪ੍ਰਭੂ ਘਰ ਕਰ ਜਾਣ ਪਰ ਸਾਡੇ ਜੀਵਨ ਦੇ ਵਿੱਚ ਪ੍ਰਭੂ ਕਾਰਜ ਕਰਨ। ਅਸੀਂ ਇੱਕ ਇੱਕ ਵਚਨ ਨੂੰ ਬੋਲਣ ਵਾਲੇ ਬਣ ਜਾਈਏ ਪ੍ਰਭੂ। ਸਾਡੀ ਜ਼ੁਬਾਨ ਦੇ ਉੱਤੇ ਇੱਕ ਇੱਕ ਤੇਰਾ ਪਵਿੱਤਰ ਵਚਨ ਬਣਿਆ ਰਹੇ ਤਾਂ ਕਿ ਤੇਰੇ ਨਾਮ ਨੂੰ ਆਦਰ ਮਿਲੇ। ਯਿਸੂ ਮਸੀਹ ਨਾਸਰੀ ਨਾਮ ਚ ਮੰਗਦੇ ਔਰ ਪਾਉਂਦੇ ਹਾਂ। ਆਮੀਨ। ਸਭ ਨੂੰ ਜੈ ਮਸੀਹ ਦੀ ਪ੍ਰਭੂ ਬਰਕਤ।